ਅਮਰ ਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਮੈਂ ਨਾ ਤੁਜੋ ਰਾਮੇ ਬਚ ਭਾਖਾ। ਜਬ ਲੋ ਪੂਰਨ ਹੁਵੈ ਨਹਿ ਕਾਂਖਾ। ਤਬ ਹੈ ਵਿਸ਼ੋਰੋਂ ਆਪਣੇ ਉਰਸੋਂ। ਸਿਰ ਵਾਰੋਂ ਧਨ ਬਹੁ ਨਿਜ ਕਰਸੋਂ। ਮੈਂ ਨਾ ਤੁਜੋ ਰਾਮੇ ਬਚ ਭਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਪੂਰਨ ਪਰਮੇਸ਼ਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਜੁਗੋ ਜੁਗ ਅਟਲ ਬਾਣੀ ਕੇ ਬੋਹਿਥ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ, ਵੱਡਿਆਂ ਭਾਗਾਂ ਵਾਲੇ ਹੋ, ਜੋ ਸੰਧਿਆ ਦੇ ਸਮੇਂ ਤੋਂ ਸਤਿਗੁਰੂ ਜੀ ਦੇ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਜੀ ਕੀ ਧੁਰ ਕੀ ਬਾਣੀ ਨਾਲ ਜੁੜ ਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ। ਹੁਣ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ, ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਬਹੁਤ ਵੱਡਾ ਪਵਿੱਤਰ ਦਿਹਾੜਾ ਹੈ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਦਾ ਅੱਜ ਦੇ ਦਿਨ ਜਨਮ ਹੋਇਆ ਹੈ। ਅੱਜ ਬਾਬਾ ਜੁਝਾਰ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਹੈ, ਆਪ ਸੰਗਤਾਂ ਨੂੰ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ।
ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਮਾਤਾ ਅਜੀਤ ਕੌਰ ਜੀ, ਉਹਨਾਂ ਦੀ ਕੁੱਖੋਂ ਸਤਿਗੁਰੂ ਦਸਮ ਪਿਤਾ ਜੀ ਦੇ ਗ੍ਰਹਿ ਵਿਖੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ 1749 ਬਿਕਰਮੀ ਸੰਮਤ ਨੂੰ ਹੋਇਆ ਸੀ। ਜਿਨ੍ਹਾਂ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਧਰਮ ਦੀ ਖਾਤਰ ਜ਼ੁਲਮ ਦੇ ਨਾਲ ਲੜਦਿਆਂ ਹੋਇਆਂ ਆਪਣੀ ਸ਼ਹਾਦਤ ਦਿੱਤੀ, ਤੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਪਰਮ ਪਿਤਾ ਪਰਮੇਸ਼ਰ ਹੈ, ਉਹਨਾਂ ਦੇ ਗ੍ਰਹਿ ਵਿਖੇ ਜਨਮ ਲੈ ਕੇ ਆਪਣੇ ਇਸ ਜਨਮ ਨੂੰ ਭਾਗ ਲਾਏ, ਆਪਣੀ ਉਮਰਾਂ ਸਫਲ ਕੀਤੀ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ। ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦੇ 4 ਹੋਏ ਹਨ। 3 ਮਾਤਾ ਅਜੀਤ ਕੌਰ ਜੀ ਦੇ, ਬਾਬਾ ਅਜੀਤ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ। ਧੰਨ ਧੰਨ ਮਾਤਾ ਸੁੰਦਰ ਕੌਰ ਜੀ ਦੇ ਇੱਕੋ ਹੀ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਸਨ, ਤੇ ਮਾਤਾ ਸਾਹਿਬ ਕੌਰ ਜੀ ਦੇ ਜੋ ਖਾਲਸਾ ਪੰਥ ਉਸਾਰਾ ਖਾਲਸਾ ਮਾਤਾ ਜੀ ਦਾ ਸੁਪੁੱਤਰ ਹੈ। ਸਾਰੇ ਸਾਹਿਬਜ਼ਾਦਿਆਂ ਨੂੰ ਬਾਬਾ ਜੀ ਕਹਿ ਕੇ ਆਪਾਂ ਸਤਿਕਾਰ ਦਿੰਦੇ ਹਾਂ, ਕਿਉਂਕਿ ਉਮਰਾਂ ਭਾਵੇਂ 7 ਸਾਲ 9 ਸਾਲ 14 16 17 ਦੇ ਵਿੱਚ ਹੈ, ਪਰ ਬਾਬਾ ਸ਼ਬਦ ਵਰਤਿਆ ਜਾਂਦਾ ਕਿਸ ਕਰਕੇ ਕਿ ਜੋ ਉਮਰਾਂ ਛੋਟੀ ਦੇ ਹੁੰਦਿਆਂ ਹੋਇਆਂ ਵੀ ਜੋ ਕੌਤਕ ਚੋਜ ਕਾਰਨਾਮੇ ਕੀਤੇ ਹਨ ਉਹ ਬਜ਼ੁਰਗਾਂ ਤੋਂ ਵੀ ਵੱਧ ਹਨ, ਜਿਸ ਕਰਕੇ ਅਸੀਂ ਬਾਬਾ ਜੀ ਕਹਿ ਕੇ ਸਤਿਕਾਰ ਵਜੋਂ ਸਾਹਿਬਜ਼ਾਦਿਆਂ ਨੂੰ ਬੁਲਾਉਂਦੇ ਹਾਂ। ਤੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਹੀ ਸਾਹਿਬਜ਼ਾਦੇ ਹਨ, ਬਾਕੀ ਕੋਈ ਸਾਹਿਬਜ਼ਾਦਾ ਨਹੀਂ ਹੋਇਆ ਹੈ ਅੱਜ ਤੱਕ, ਨਾ ਹੋਣਾ ਹੀ ਹੈ। ਕਈ ਇਹੋ ਜਿਹੀਆਂ ਗੱਲਾਂ ਕਹਿ ਕੂ ਦਿੰਦੇ ਆ, ਜਦੋਂ ਕਿਸੇ ਦਾ ਧੀ ਪੁੱਤ ਥੋੜ੍ਹਾ ਸੋਹਣਾ ਸਾਣਾ ਦੇਖ ਲੈਣ, ਜੀ ਤੁਹਾਡਾ ਤੇ ਪੁੱਤਰ ਨਿਰਾ ਸਾਹਿਬਜ਼ਾਦਾ ਹੀ ਹੈ, ਪਰ ਨਹੀਂ, ਜੋ ਸਾਹਿਬਜ਼ਾਦੇ ਹੈ ਉਹ ਤੇ ਸਤਿਗੁਰੂ ਜੀ ਦੇ ਸਾਹਿਬਜ਼ਾਦੇ ਹੀ ਸਾਹਿਬਜ਼ਾਦੇ ਹਨ, ਬਾਕੀ ਤੇ ਨਾ ਕੋਈ ਸਾਹਿਬਜ਼ਾਦਾ ਹੋਇਆ ਹੈ ਤੇ ਨਾ ਹੋਣਾ ਹੈ। ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਜਨਮ ਦਿਹਾੜੀ ਦੀ ਬੇਅੰਤ ਬੇਅੰਤ ਵਧਾਈ ਹੋਵੇ। ਜਿਸ ਤਰ੍ਹਾਂ ਉਹਨਾਂ ਨੇ ਕੌਮ ਦੀ ਖਾਤਰ ਧਰਮ ਦੀ ਖਾਤਰ ਮਹਾਰਾਜ ਜੀ ਦੇ ਹੁਕਮ ਵਿੱਚ ਰਹਿੰਦਿਆਂ ਹੋਇਆਂ ਆਪਣਾ ਜੀਵਨ ਬਤੀਤ ਕੀਤਾ, ਸ਼ਹਾਦਤ ਦਿੱਤੀ। ਸਤਿਗੁਰੂ ਜੀ ਸਾਡੇ 'ਤੇ ਵੀ ਕਿਰਪਾ ਕਰਨ, ਜਿਹੜੀਆਂ ਭਾਵਨਾ ਵਾਲੀਆਂ ਰੂਹਾਂ ਹੈ ਉਹਨਾਂ ਨੂੰ ਗੁਰਸਿੱਖੀ ਜੀਵਨ ਬਖਸ਼ਣ, ਅਤੇ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਵਰਗੇ ਭਾਵੇਂ ਅਸੀਂ ਜੀਵ ਨਹੀਂ ਹੋ ਸਕਦੇ ਕਦੀ, ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜੀ ਦੇ ਕੇ ਕਿਣਕੇ ਦੇ ਕਿਣਕੇ ਤੋਂ ਕਿਣਕੇ ਗਾਂ ਉਹਨਾਂ ਦਾ ਵੀ ਸਹਾਰਾ ਲੈ ਕੇ ਅਸੀਂ ਤਰ ਸਕਦੇ ਹਾਂ। ਮਹਾਰਾਜ ਕਿਰਪਾ ਕਰਨ, ਸਾਨੂੰ ਸਮੱਤ ਭਗਤੀ ਬਖਸ਼ਣ। ਇੱਕ ਵਾਰ ਫੇਰ ਸਾਹਿਬਜ਼ਾਦਿਆਂ ਦੇ ਜਨਮ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਹੁਣ ਜੋ ਆਪਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹਾਂ, ਉਸ ਕਥਾ ਦਾ ਵੀ ਸਮਾਂ ਹੋਇਆ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੋਦੀਖਾਨੇ ਦੀ ਕਾਰ ਕਰ ਰਹੇ ਹਨ। ਖੁੱਲ੍ਹਾ ਹੀ ਆਪਣੇ ਹੱਥਾਂ ਨਾਲ ਤੋਲ ਕੇ ਜਿਹੜਾ ਉਹਨਾਂ ਨੂੰ ਦੇਈ ਜਾ ਰਹੇ ਸੀ, ਜਿਸ ਕਰਕੇ ਮੋਦੀਖਾਨੇ ਵਿੱਚ ਜਿਹੜੀ ਫੌਜ ਆਉਂਦੀ ਨਵਾਬ ਦੌਲਤ ਖਾਂ ਦੀ, ਹੋਰ ਲੋਕ ਵੀ ਵੇਖ ਹੈਰਾਨ ਹੁੰਦੇ ਆ ਵੀ ਇਹਨਾਂ ਨੇ ਤਾਂ ਜਾਂ ਤਾਂ ਕੋਈ ਰਸਾਇਣ ਮਾਰੀ ਹੈ ਜਾਂ ਕੋਈ ਧਨ ਪਦਾਰਥ ਕਿਤੋਂ ਲੱਭਾ ਇਹਨਾਂ ਨੂੰ, ਜਿਹੜਾ ਖੁੱਲ੍ਹਾ ਦੇਈ ਜਾਂਦੇ ਅਤੇ ਆਈ ਵੀ ਜਾਂਦਾ ਹੈ ਇਹਨਾਂ ਕੋਲ ਸੌਦਾ। ਪਰ ਅਸਲ ਵਿੱਚ ਉਹ ਇਹ ਨਹੀਂ ਜਾਣਦੇ ਕਿ ਜੋ ਪਰਮੇਸ਼ਰ ਕਰਤਾਰ ਹੈ ਉਹ ਆਪ ਆਪਣੇ ਹੱਥਾਂ ਨਾਲ ਦੇ ਰਹੇ ਹੈ।
ਮਾਇਆ ਵਿੱਚ ਨਿਰੰਜਨ ਮਾਲਕ ਵਰਤ ਰਿਹਾ ਹੈ, ਉੱਥੇ ਕਿਸ ਗੱਲ ਦੀ ਕਮੀ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਵਿੱਚ ਹੀ ਸਭ ਤਰ੍ਹਾਂ ਦੀ ਮਾਇਆ, ਇਹ ਬ੍ਰਹਿਮੰਡ ਚੱਲ ਰਹੇ ਹਨ। ਮਹਾਰਾਜ ਜੀ ਦੇ ਭੈ ਵਿੱਚ ਭੋਲੇ ਲੋਕ, ਅਣਜਾਣ ਬਿਰਤੀ ਵਾਲੇ ਨਹੀਂ ਜਾਣਦੇ। ਇੱਧਰ ਜੋ ਸਗਾਈ ਮੰਗਣੀ ਦੀ ਗੱਲਬਾਤ ਹੋ ਰਹੀ ਸੀ, ਅੱਜ ਉਹ ਵੀ ਦਿਨ ਆ ਗਿਆ ਹੈ, ਜਿਸ ਕਰਕੇ ਮੂਲ ਚੰਦ ਚੋਣਾ ਗੋਤ ਦੇ ਖੱਤਰੀ ਜੋ ਰੰਧਾਵਿਆਂ ਵਿੱਚੋਂ ਜ਼ਿਮੀਂਦਾਰ ਪੱਖੋ ਕੇ ਰੰਧਾਵਾ ਪਿੰਡ ਦੇ ਪਟਵਾਰੀ ਸਨ ਚੰਗੇ, ਉਹਨਾਂ ਨੇ ਲਾਗੀ ਜਿਹੜੇ ਬ੍ਰਾਹਮਣ ਹੈ ਉਹਨਾਂ ਨੂੰ ਲਾਗ ਦੇ ਕੇ ਕੁੜਮਾਈ ਦੀ ਜਿਹੜੀ ਰਸਮ ਦੇ ਕੇ ਭੇਜ ਦਿੱਤਾ ਹੈ ਸੁਲਤਾਨਪੁਰ। ਸਾਰੇ ਆ ਚੁੱਕੇ ਹਨ ਉੱਥੇ, ਪੁੱਛਦੇ ਪਛਾਉਂਦੇ ਵੀ ਜੈ ਰਾਮ ਜੀ ਦਾ ਘਰ ਕਿਹੜਾ ਹੈ। ਕਿਸੇ ਨੇ ਦੱਸਿਆ ਵੀ ਆ ਫਲਾਣਾ ਘਰ ਹੈ। ਸਾਰੇ ਬ੍ਰਾਹਮਣ ਚਲੇ ਗਏ। ਭਾਈ ਜੈ ਰਾਮ ਜੀ ਨੇ ਸਤਿਕਾਰ ਕਰਕੇ ਬਿਠਾ ਦਿੱਤਾ ਹੈ, ਬੜਾ ਸਨਮਾਨ ਕੀਤਾ, ਆਓ ਭਗਤ ਕੀਤੀ। ਭੈਣ ਨਾਨਕੀ ਜੀ ਨੇ ਜਦੋਂ ਸੁਣਿਆ ਵੀ ਭਰਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੰਗਣੀ ਦੀ ਰਸਮ ਆਈ ਹੈ, ਬੜੇ ਖੁਸ਼ ਹੋਏ ਹੈ। ਗਵਾਂਢ ਵਿੱਚੋਂ ਮਾਈਆਂ ਬੀਬੀਆਂ ਬੁਲਾ ਲਈਆਂ ਹਨ, ਉਹ ਖੁਸ਼ੀ ਦੇ ਗੀਤ ਗਾਉਂਦੀਆਂ ਹਨ ਜੋ ਵਿਆਹ ਸ਼ਾਦੀ ਵਿੱਚ ਗਾਏ ਜਾਂਦੇ ਹੈ। ਅਤੇ ਇੱਧਰ ਸੁਨਾਹ ਭੇਜ ਦਿੱਤੇ ਹੈ ਜੈ ਰਾਮ ਭਾਈਆ ਜੀ ਨੇ ਸਭ ਤਰ੍ਹਾਂ ਦੀ ਮੰਗਣੀ ਦੀ ਰਸਮ ਕਰਕੇ। ਜੋ ਮੰਗਣੀ ਵਾਲੇ ਆਏ ਸਨ ਉਹਨਾਂ ਨੇ ਸਤਿਗੁਰੂ ਜੀ ਦੇ ਮੁਖ ਨੂੰ ਮਿੱਠਾ ਲਾ ਕੇ, ਚੌਲ ਲਾ ਕੇ ਪਾ ਦਿੱਤਾ ਹੈ ਮਿੱਠਾ ਮੁਖ ਵਿੱਚ, ਅਤੇ ਫਿਰ ਸਭ ਤਰ੍ਹਾਂ ਨਾਲ ਮਿਲ ਜੁਲ ਕੇ ਹਾਸ ਵਿਲਾਸ ਕਰਕੇ ਚਲੇ ਗਏ। ਇੱਧਰੋਂ ਜੋ ਸਨ ਭਾਈਆ ਜੈ ਰਾਮ ਜੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋ ਨਾਨਕੇ ਹੈ ਚਾਲ ਪਿੰਡ ਲਾਹੌਰ ਦੇ ਕੋਲ, ਉੱਥੇ ਇੱਕ ਮਨੁੱਖ ਨੂੰ ਭੇਜ ਦਿੱਤਾ, ਦਾਸ ਸੇਵਕ ਨੂੰ ਸੱਦਿਆਂ ਵਾਸਤੇ ਵੀ ਸੱਦੇ ਦਿਓ ਜਾ ਕੇ। ਮਹਾਰਾਜ ਜੀ ਦੇ ਨਾਨਾ ਭਾਈ ਰਾਮਾ ਜੀ, ਨਾਨੀ ਭਰਾਈ ਜੀ, ਮਾਮਾ ਕਿਸ਼ਨਾ ਜੀ, ਇਹਨਾਂ ਨੂੰ ਵੀ ਸਾਧਿਆ ਹੈ। ਇੱਧਰ ਰਾਏ ਭੋਈ ਦੀ ਤਲਵੰਡੀ ਇੱਕ ਜਾਣੇ ਨੂੰ ਭੇਜਿਆ ਵੀ ਕਲਿਆਣ ਚੰਦ ਜੋ ਸਤਿਗੁਰੂ ਜੀ ਦੇ ਪਿਤਾ ਜੀ ਹਨ, ਉਹਨਾਂ ਨੂੰ ਵੀ ਸੁਣਾ ਦੇ ਦਿਓ ਵੀ ਇਵੇਂ ਗੁਰੂ ਸਾਹਿਬ ਜੀ ਦੀ ਮੰਗਣੀ ਹੋਊਗੀ, ਤੁਸੀਂ ਪਹੁੰਚੋ। ਜਿਹੜਾ ਇੱਕ ਜਾਣਾ ਗਿਆ ਹੈ ਸੁਣਾ ਲੈ ਕੇ, ਮਾਤਾ ਜੀ ਨੇ ਉਹਨਾਂ ਦਾ ਸੁਨੇਹਾ ਜਦੋਂ ਸੁਣਿਆ ਸਤਿਗੁਰੂ ਜੀ ਦੀ ਮੰਗਣੀ ਦਾ, ਖੁਸ਼ੀ ਨਾਲ ਖਿੜ ਉੱਠੇ ਐ, ਸਮਾਉਂਦੇ ਨਹੀਂ ਅੰਗਾਂ ਵਿੱਚ। ਮਠਿਆਈ ਜਿਹੜੀ ਉਹ ਖਬਰ ਦੇਣ ਵਾਲੇ ਦੇ ਮੁੱਖ ਵਿੱਚ ਪਾਈ ਹੈ, ਚੰਗੇ ਸੋਹਣੇ ਵਸਤਰ ਦਿੱਤੇ ਉਹਨੂੰ, ਬੜੀ ਖੁਸ਼ੀ ਹੈ। ਗਵਾਂਢ ਦੀਆਂ ਜਿਹੜੀਆਂ ਬੇਦੀ ਕੁਲ ਦੀਆਂ ਇਸਤਰੀਆਂ ਉਹ ਵੀ ਆਈਆਂ ਹੈ ਤਿਆਰ ਹੋ ਕੇ, ਖੁਸ਼ੀਆਂ ਦੇ ਗੀਤ ਗਾਏ ਹਨ। ਸਭ ਜਾਣਿਆਂ ਨੇ ਤਿਆਰੀ ਕੀਤੀ ਹੈ। ਪਿਤਾ ਕਲਿਆਣ ਚੰਦ ਜੀ ਨੇ ਤਿਆਰੀ ਕਰਕੇ ਰਾਏ ਬੁਲਾਰ ਜੀ ਨੂੰ ਮਿਲੇ ਹੈ ਵੀ ਮੈਂ ਜਾ ਰਿਹਾ ਹਾਂ ਸੁਲਤਾਨਪੁਰ, ਮੈਨੂੰ ਬੁਲਾਇਆ ਵੀ ਹੈ, ਮਹਾਰਾਜ ਦੀ ਮੰਗਣੀ ਹੋਈ ਹੈ। ਰਾਏ ਬੁਲਾਰ ਜੀ ਨੇ ਕਿਹਾ ਵੀ ਕਲਿਆਣ ਚੰਦ ਤੇਰਾ ਸੁਭਾਅ ਕੁਝ ਇਹੋ ਜਿਹਾ ਹੀ ਹੈ ਜਿਸ ਕਰਕੇ ਮੈਂ ਕਹਿਣਾ ਕਿ ਉੱਥੇ ਜਾਣਾ ਹੈ ਅਤੇ ਕੋਈ ਮਾੜਾ ਬਚਨ ਨਹੀਂ ਮਹਾਰਾਜ ਨੂੰ ਕਹਿਣਾ ਹੈ, ਮੇਰੇ ਵੱਲੋਂ ਜਾ ਕੇ ਮੈਨੂੰ ਦਾ ਸਤਿਕਾਰ ਕਰਿਓ। ਕਹਿੰਦੇ ਵੀ ਠੀਕ ਹੈ, ਮੈਂ ਮਾੜਾ ਬਚਨ ਕਿਉਂ ਕਹਿਣਾ, ਇੱਕੋ ਇੱਕ ਤੇ ਸਾਡੇ ਘਰ ਪੁੱਤਰ ਹੈ, ਅਸੀਂ ਤਾਂ ਹੁਣ ਉਹਨਾਂ ਦਾ ਮਾਣ ਸਤਿਕਾਰ ਖੁਸ਼ੀ ਦਾ ਦਿਨ ਹੈ, ਫਿਰ ਗਾਲੀ ਗਲੋਚ ਇਹੋ ਜਿਹੀ ਗੱਲ ਕਰਨ ਦਾ ਸਾਡਾ ਕੋਈ ਮਤਲਬ ਹੀ ਨਹੀਂ ਹੈ। ਆਗਿਆ ਰਾਏ ਬੁਲਾਰ ਦੀ ਲੈ ਕੇ ਪਿਤਾ ਜੀ ਚਲੇ ਗਏ ਉੱਥੇ, ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ ਜੁਲੇ ਹੈ। ਮਹਾਰਾਜ ਜੀ ਮੱਥਾ ਟੇਕਿਆ ਪਿਤਾ ਜੀ ਨੂੰ ਵੀ, ਨਾਨੀ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ, ਨਾਨਾ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ। ਮਾਤਾ ਜੀ ਜਦੋਂ ਮਿਲੇ ਹੈ ਅੱਖਾਂ ਵਿੱਚ ਅਥਰੂ ਜਿਹੇ ਆ ਗਏ ਵੀ ਪੁੱਤਰ ਨੂੰ ਵੇਖੋ ਮਿਲਿਆਂ ਨੂੰ ਕਿੰਨੇ ਦਿਨ ਹੋ ਗਏ ਆ, ਪਰਮੇਸ਼ਰ ਨੇ ਵਿਛੋੜਾ ਹੀ ਕਰ ਦਿੱਤਾ ਹੈ। ਚਲੋ ਇੰਨਾ ਚੰਗਾ ਹੈ, ਮੈਂ ਵੱਡਿਆਂ ਭਾਗਾਂ ਵਾਲੀ ਹਾਂ ਕਿ ਜੋ ਆਪਣੇ ਪੁੱਤਰ ਦੀਆਂ ਮੰਗਣੀ ਦਾ ਦਿਨ ਵੇਖ ਰਹੀ ਹਾਂ। ਇੱਧਰ ਨਾਨਾ ਜੀ ਨੇ ਘੁੱਟ ਕੇ ਜੱਫੀ ਪਾਈ ਹੈ ਮਹਾਰਾਜ ਜੀ ਨੂੰ, ਛੱਡ ਨਹੀਂ ਰਹੇ। ਨਾਨੀ ਭਰਾਈ ਜੀ ਨੇ ਅੱਗੋਂ ਕਿਹਾ ਹੈ ਕਿ ਤੁਸੀਂ ਇਹਨਾਂ ਨੂੰ ਛੱਡੋ, ਜਿਸ ਕਰਕੇ ਸਾਰੇ ਇਹਨਾਂ ਨੂੰ ਮਿਲ ਲੈਣ, ਆਪਣਾ ਵਿਛੋੜਾ ਦੂਰ ਕਰਨ। ਅੱਗੇ ਜਿਵੇਂ ਪ੍ਰਸੰਗ ਆ ਰਿਹਾ ਆਪਾਂ ਸਰਵਣ ਕਰੀਏ।
ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਨਵਾਓ ਸੀਸ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮੈਂ ਨਾ ਤਜੋ ਰਾਮੇ ਬਚ ਭਾਖਾ। ਜਦੋਂ ਨਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਜੱਫੀ ਵਿੱਚ ਲਿਆ ਤੇ ਛੱਡ ਨਹੀਂ ਰਹੇ, ਨਾਨੀ ਜੀ ਨੇ ਕੋਲ ਖੜਿਆ ਕਿਹਾ ਹੈ ਕਿ ਹੁਣ ਤੁਸੀਂ ਛੱਡ ਦਿਓ ਦੋਤਾ ਜੀ ਨੂੰ, ਤਾਂ ਜੋ ਇਹ ਸਾਰਿਆਂ ਨੂੰ ਮਿਲ ਲੈਣ, ਸਭ ਦੇ ਵਿਛੋੜੇ ਦੂਰ ਕਰ ਦੇਣ। ਤੇ ਨਾਨਾ ਜੀ ਬੋਲੇ ਹੈ ਜੋ ਜਿਨ੍ਹਾਂ ਦਾ ਨਾਮ ਰਾਮਾ ਜੀ ਸੀ, ਕਹਿੰਦੇ ਕਿ ਹੇ ਪਤਨੀ ਆ ਮੈਂ ਤੇ ਨਹੀਂ ਇਹਨਾਂ ਨੂੰ ਛੱਡਦਾ। ਜਬ ਲੋ ਪੂਰਨ ਹੋਵੇ ਨਹਿ ਕਾਂਖਾ। ਜਦੋਂ ਤੱਕ ਮੇਰੀ ਇੱਛਾ ਨਹੀਂ ਪੂਰੀ ਹੋ ਜਾਂਦੀ, ਮੇਰਾ ਮਨ ਨਹੀਂ ਭਰ ਜਾਂਦਾ ਹੈ, ਉਨਾ ਚਿਰ ਮੈਂ ਆਪਣੇ ਦੋਤੇ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਛੱਡਦਾ। ਤਬਹਿ ਵਿਛੋਰੋਂ ਆਪਣੇ ਉਰਸੋਂ। ਤਦੋਂ ਹੀ ਆਪਣੇ ਦਿਲ ਤੋਂ ਗਲ ਤੋਂ ਵਿਛੋੜਾਂਗਾ, ਪਰੇ ਕਰਾਂਗਾ। ਸਿਰ ਵਾਰੋਂ ਧਨ ਬਹੁ ਨਿਜ ਕਰ ਸੋਂ। ਜਦੋਂ ਆਪਣੇ ਹੱਥਾਂ ਨਾਲ ਬਹੁਤਾ ਧਨ ਇਹਨਾਂ ਤੋਂ ਵਾਰਾਂਗਾ, ਨਿਸ਼ਾਵਰ ਕਰਾਂਗਾ। ਸੁਨਤ ਪਿਰਾਈ ਬਚਨ ਅਲਾਵੈ। ਸੁਣ ਕੇ ਨਾਨੀ ਭਰਾਈ ਜੀ ਨੇ ਬਚਨ ਕਹੇ ਫਿਰ। ਕਰਹੁ ਨਿਸ਼ਾਵਰ ਜੋ ਮਨ ਭਾਵੈ। ਪਤੀ ਜੀ ਜੋ ਤੁਹਾਨੂੰ ਨਾਨਾ ਜੀ ਨੂੰ ਭਾਉਂਦਾ ਹੈ, ਮਨ ਵਿੱਚ ਚੰਗਾ ਲੱਗਦਾ ਹੈ, ਫਿਰ ਉਹ ਤੁਸੀਂ ਨਿਸ਼ਾਵਰ ਕਰੋ, ਵਾਰੋ ਸਤਿਗੁਰੂ ਜੀ ਦੇ ਸੀਸ ਉੱਪਰ ਦੀ, ਫਿਰ ਦੇਰੀ ਕਾਦੀ ਹੈ। ਰਾਮਾ ਕਹੈ ਕੋ ਆਏ ਨਾ ਮੰਗਨ। ਨਾਨਾ ਰਾਮਾ ਜੀ ਕਹਿੰਦੇ ਹੈ ਕਿ ਪਤਨੀ ਹਜੇ ਤੇ ਕੋਈ ਮੰਗਤਾ ਨਹੀਂ ਆਇਆ ਮੰਗਣ ਵਾਸਤੇ। ਦਿਓ ਨਿਸ਼ਾਵਰ ਕਰ ਕਿਹ ਆਂਗਨ। ਵਿਹੜਾ ਤੇ ਸਾਰਾ ਖਾਲੀ ਪਿਆ ਹੈ, ਫਿਰ ਕਿਸ ਦੇ ਹੱਥ ਵਿੱਚ ਜਿਹੜਾ ਮੈਂ ਨਿਸ਼ਾਵਰ ਕਰਾਂ, ਆ ਮਾਇਆ ਦਵਾਂ ਕਿਸੇ ਨੂੰ, ਕੋਈ ਮੰਗਤਾ ਦੇ ਦਿਸ ਨਹੀਂ ਰਿਹਾ। ਤਬ ਹੈ ਨਾਨਕੀ ਤੁਲਸਾ ਦਾਸੀ। ਤਦੋਂ ਭੈਣ ਨਾਨਕੀ ਜੀ ਨੇ ਜੋ ਕੋਲ ਹੀ ਖੜੀ ਤੁਲਸਾ ਦਾਸੀ ਸੇਵਾ ਕਰਨ ਵਾਲੀ ਹੈ ਸੀ। ਪਠਈ ਜਾਚਕ ਆਨਹ ਪਾਸੀ। ਪਠਈ ਉਸ ਨੂੰ ਆ ਭੇਜਿਆ ਹੈ ਕਿ ਜਾ ਤੂੰ ਚਲੀ ਜਾ ਤੇ ਜਿਹੜੇ ਮੰਗਤੇ ਆ ਉਹਨਾਂ ਨੂੰ ਵੀ ਆ ਕੋਲ ਘਰ ਲਿਆ। ਜਬ ਜਾਚਕ ਜਾਣੇ ਤਹ ਆਏ। ਜਦੋਂ ਉਹ ਮੰਗਤਿਆਂ ਨੇ ਜਾਣਿਆ ਹੈ, ਜਿਹੜੇ ਮੰਗਣ ਵਾਲੇ ਹੁੰਦੇ ਆ ਵੀ ਬੁਲਾਇਆ ਜਾ ਰਿਹਾ ਹੈ, ਤਦੋਂ ਉਹ ਸਾਰੇ ਭੈਣ ਨਾਨਕੀ ਜੀ ਦੇ ਗ੍ਰਹਿ ਵਿਖੇ ਆ ਗਏ ਹਨ। 20 ਰੁਪਈਆ ਟਕੇ ਮੰਗਾਏ। ਨਾਨਾ ਰਾਮਾ ਜੀ ਨੇ 20 ਰੁਪਇਆਂ ਦੇ ਜਿਹੜੇ ਟਕੇ ਹੈ ਉਹ ਮੰਗਵਾਏ ਆ, ਭਾਵ ਖੁੱਲੇ ਪੈਸੇ ਕਰਵਾਏ ਹਨ। 10 ਕੇ ਨਾਨੀ 500 ਮਾਮਾ। 10 ਰੁਪਏ ਜਿਹੜੇ ਨਾਨੀ ਜੀ ਨੇ ਉਹ ਤੜਵਾਏ ਆ, ਤੇ 5 ਰੁਪਏ ਮਾਮਾ ਜੀ ਨੇ, ਜਿਹੜੇ ਟੋਟਲ ਉਹ 35 ਰੁਪਏ ਹੋ ਗਏ। ਕਰਹਿ ਨਿਸ਼ਾਵਰ ਸਿਰ ਸੁਖ ਧਾਮਾ। ਸੁੱਖਾਂ ਦੇ ਜੋ ਘਰ ਗੁਰੂ ਨਾਨਕ ਸਾਹਿਬ ਜੀ ਹੈ, ਉਹਨਾਂ ਦੇ ਸੀਸ ਉੱਪਰ ਫਿਰ ਨਿਸ਼ਾਵਰ ਕੀਤੇ ਹੈ 35 ਰੁਪਏ। ਉਸ ਸਮੇਂ 35 ਰੁਪਏ ਕੋਈ ਥੋੜ੍ਹੇ ਨਹੀਂ, ਲੱਖਾਂ ਦੇ ਸਮਾਨ ਸਨ। ਆ ਕਈ ਬਜ਼ੁਰਗ ਜਿਹੜੇ ਹਜੇ ਕੋਈ ਇਹਨਾਂ ਦੀ ਇੰਨੀ ਉਮਰ ਨਹੀਂ ਹੋਈ, ਉਹੀ ਕਹਿੰਦੇ ਆ ਕਿ ਸਾਡੇ ਵਾਰੀ ਚਵਾਨੀ ਦਾ ਆ ਜਾਂਦਾ ਸੀ, 5 ਪੈਸਿਆਂ ਦਾ ਆ ਜਾਂਦਾ ਸੀ। ਅਤੇ ਇਸੇ ਤਰ੍ਹਾਂ ਅਸੀਂ ਛੋਟੇ ਹੁੰਦੇ ਵੀ ਵਹਿੰਦੇ ਰਹੇ ਹਾਂ, ਵਿਆਹਾਂ ਸ਼ਾਦੀਆਂ 'ਚ ਪਹਿਲਾਂ 10 20 ਪੈਸੇ 30 ਪੈਸੇ ਇਹੋ ਜਿਹੇ ਸੁੱਟੇ ਜਾਂਦੇ ਹੁੰਦੇ ਸਨ, ਉਹਨਾਂ ਦੀ ਕੀਮਤ ਸੀ। ਅਤੇ 35 ਰੁਪਏ ਉਸ ਸਮੇਂ ਤਾਂ ਬਹੁਤ ਜ਼ਿਆਦਾ ਸਨ। ਉਹ 35 ਰੁਪਏ ਸਿੱਖਾਂ ਦੇ ਧਾਮ ਗੁਰੂ ਨਾਨਕ ਸਾਹਿਬ ਜੀ ਦੇ ਸੀਸ ਉੱਪਰ ਮਾਮਾ ਨਾਨੀ ਨਾਨਾ ਨਿਸ਼ਾਵਰ ਕਰ ਰਹੇ ਹਨ, ਵਾਰ ਰਹੇ ਹਨ। ਮੰਗਨ ਮਹਿ ਮੰਗਨ ਸਨ ਪੂਰਾ। ਵਿਹੜੇ ਦੇ ਵਿੱਚ ਮੰਗਤਿਆਂ ਦਾ ਜਿਹੜਾ ਹੈ
ਉਹਦੇ ਮੰਗਤਿਆਂ ਨਾਲ ਹੀ ਸਾਰਾ ਵਿਹੜਾ ਭਰ ਗਿਆ ਹੈ। ਲੇਵਨ ਹੇਤ ਪੀਰ ਪੀ ਪੂਰਾ। ਲੈਣ ਵਾਸਤੇ ਮੰਗਤਿਆਂ ਦੀ ਜਿਹੜੀ ਭੀੜ ਬੜੀ ਤਗੜੀ ਹੋ ਗਈ ਵਿਹੜੇ ਵਿੱਚ। ਆਨ ਦਰਬ ਕਿਸ਼ਨੇ ਪਿਤ ਪੂਸ਼ਾ। ਧਰ ਪੈਸਾ ਲਿਆਂਦਾ ਹੈ ਤੇ ਕਿਸ਼ਨੇ ਜੋ ਸਤਿਗੁਰ ਜੀ ਦੇ ਮਾਮਾ ਜੀ ਉਹਨਾਂ ਨੇ ਪਿਤਾ ਜੀ ਨੂੰ ਪੁੱਛਿਆ ਹੈ ਦਇਓ ਸਭਨ ਕੋ ਤਜਿਓ ਨਾ ਸ਼ੂਸ਼ਾ। ਵੀ ਸਾਰਿਆਂ ਨੂੰ ਦੇ ਦਿੱਤਾ ਜਿਹੜੇ ਆਏ ਹੋਏ ਕਿ ਕੋਈ ਖਾਲੀ ਤੇ ਨਹੀਂ ਗਿਆ ਹੈ। ਇਸੇ ਤਰ੍ਹਾਂ ਅਰਥ ਇਵੇਂ ਲੱਗਦਾ ਜਿਹੜਾ ਮੁੱਖ ਅਰਥ ਹੈ ਕਿਸ਼ਨੇ ਪਿਤ ਪੂਸ਼ਾ, ਪਿਤਾ ਕਿਉਂਕਿ ਜੋ ਨਾਨਾ ਜੀ ਸਨ ਰਾਮਾ ਜੀ ਉਹ ਜ਼ਿਆਦਾ ਹੀ ਉਸ ਵਕਤ ਉਤਸ਼ਾਹ ਵਿੱਚ ਸਨ ਕਿ ਪਹਿਲਾਂ ਮੈਂ ਪੈਸੇ ਆਪਣੇ ਦੋਤੇ ਦੇ ਉੱਤੋਂ ਵਾਰਾਂ, ਜਿਸ ਕਰਕੇ ਮੁੱਖ ਅਰਥ ਇੱਥੇ ਆਉਂਦਾ ਹੈ ਕਿ ਪਿਤਾ ਜੀ ਨੇ ਨਾਨਾ ਰਾਮਾ ਜੀ ਨੇ ਪੁੱਛਿਆ ਆਪਣੇ ਪੁੱਤਰ ਕਿਸ਼ਨੇ ਨੂੰ ਕਿ ਆਵੇ ਮੈਂ ਪੈਸੇ ਜਿਹੜੇ ਤੁੜਵਾ ਕੇ ਲਿਆਇਆ ਹਾਂ ਸਭ ਨੂੰ ਦੇ ਦਿੱਤੇ ਆ, ਕੋਈ ਖਾਲੀ ਤੇ ਨਹੀਂ ਗਿਆ। ਕਿਉ ਨਾਨਕੇ ਉਤਸਵ ਪੂਰੀ। ਇਸ ਤਰ੍ਹਾਂ ਸਤਿਗੁਰ ਜੀ ਦੇ ਨਾਨਕਿਆਂ ਨੇ ਬੜਾ ਉਤਸ਼ਾਹ ਕੀਤਾ, ਬੜੀ ਵੱਡੀ ਖੁਸ਼ੀ ਮਨਾਈ ਹੈ ਸੁਲਤਾਨਪੁਰ ਵਿੱਚ। ਵਿਆਹ ਸਮਾਨ ਜੋ ਹੋਵੇ ਬਿਦਰੂਰੀ। ਜੋ ਵਿਧੀ ਹੈ ਬੜੀ ਸੁੰਦਰ ਉਹ ਸਾਰੀ ਕੀਤੀ ਹੈ। ਵਿਆਹ ਦੇ ਸਮਾਨ ਜਿਵੇਂ ਵਿਆਹ ਹੋਵੇ, ਅਜੇ ਤੇ ਕੁੜਮਾਈ ਮੰਗਣੀ ਹੋਈ ਸੀ ਤੇ ਚੰਗੀ ਜਿਹੜੀ ਹੈ ਵਿਧੀ ਕੀਤੀ ਹੈ ਵਿਆਹ ਦੇ ਸਮਾਨ, ਮਾਨੋ ਵਿਆਹ ਹੀ ਹੈ। ਦੋਹਰਾ ਮਿਲ ਕੇ ਸਭ ਤੇ ਥਾਨ ਮਹਿ। ਮਿਲ ਕਰਕੇ ਸਾਰਿਆਂ ਨੇ ਉਸ ਥਾਂ ਦੇ ਵਿੱਚ ਭਾਵ ਜੈ ਰਾਮ ਦੇ ਘਰ ਵਿੱਚ ਮਾਨਿਓ ਅਧਿਕ ਆਨੰਦ। ਬਹੁਤ ਜ਼ਿਆਦਾ ਆਨੰਦ ਖੁਸ਼ੀ ਮੰਨੀ ਹੈ। ਜਸ ਸੁੰਦਰ ਵਿਸਤ੍ਰਿਤ ਕਰ। ਸੁਲਤਾਨਪੁਰ ਦੇ ਵਿੱਚ ਜਿਹੜਾ ਜਸ ਵਡਿਆਈ ਬੜੀ ਸੁੰਦਰ ਫੈਲਾਈ ਹੈ। ਮਨਹਾ ਪ੍ਰਕਾਸ਼ਿਤ ਚੰਦ। ਮਾਨੋ ਕਿ ਜਿਹੜਾ ਪੂਰਨਮਾਸ਼ੀ ਦਾ ਚੰਦਰਮਾ ਉਹੀ ਪ੍ਰਕਾਸ਼ ਕਰ ਰਿਹਾ, ਚਾਂਦਨੀ ਫੈਲਾ ਰਿਹਾ ਹਨੇਰੇ ਦੇ ਵਿੱਚ। ਸੁਲਤਾਨਪੁਰ ਦੇ ਵਿੱਚ ਨਾਨਕਿਆਂ ਨੇ ਤੇ ਸਤਿਗੁਰ ਜੀ ਦੇ ਮਾਤਾ ਪਿਤਾ ਜੀ ਨੇ ਐਵੇਂ ਦਾਦਕਿਆਂ ਨੇ ਬਹੁਤ ਹੀ ਵਡਿਆਈ ਫੈਲਾਈ ਹੈ। ਚੌਪਈ ਏਕ ਦਿਓਸ ਤਹ ਕੀਨ ਮੁਕਾਮੋ। ਇੱਕ ਦਿਨ ਜਿਹੜਾ ਸੁਲਤਾਨਪੁਰ ਦੇ ਵਿੱਚ ਸਾਰਿਆਂ ਨੇ ਟਿਕਾਣਾ ਕਰਕੇ ਪੁਨ ਪਿਆਨ ਕੀਏ ਮੂਲੇ ਧਾਮੋ। ਪੁਨ੍ਹਾ ਜਿਹੜਾ ਮੂਲ ਚੰਦ ਸਤਿਗੁਰ ਜੀ ਦੇ ਸਹੁਰਾ ਜੀ ਹੈ ਪੱਖੋ ਕੇ ਰੰਧਾਵਾ ਬਟਾਲੇ ਦੇ ਵਿੱਚ, ਜਿੱਥੋਂ ਆ ਕੁੜਮਾਈ ਦੀ ਰਸਮ ਆਈ ਸੀ, ਫਿਰ ਉਧਰ ਨੂੰ ਆ ਚੱਲਣਾ ਕੀਤਾ ਸਭ ਨੇ। ਪਰਮਾਨੰਦ ਨੰਦਨ ਜੈ ਰਾਮੋ। ਇਵੇਂ ਪਰਮਾਨੰਦ ਜੀ ਤੇ ਉਹਨਾਂ ਦੇ ਪੁੱਤਰ ਜੋ ਜੈ ਰਾਮ ਜੀ ਹਨ, ਕਰੀ ਤਿਆਰੀ ਚਲਦੇ ਕੰਮ। ਉਹਨਾਂ ਨੇ ਵੀ ਕੰਮ ਨੂੰ ਕਰਨ ਵਾਸਤੇ ਤਿਆਰੀ ਕੀਤੀ ਹੈ, ਕਿਉਂਕਿ ਸਤਿਗੁਰ ਜੀ ਇੱਥੇ ਰਹਿ ਰਹੇ ਸਨ ਸੁਲਤਾਨਪੁਰ ਵਿੱਚ, ਜਿਹਦੇ ਕਰਕੇ ਜੈ ਰਾਮ ਭਾਈਆ ਜੀ ਦੀ ਜ਼ਿਆਦਾ ਜ਼ਿੰਮੇਵਾਰੀ ਸੀ, ਕਿਉਂਕਿ ਉਹਨਾਂ ਘਰ ਹੀ ਸਾਰੀ ਰਸਮ ਰਿਵਾਜ ਹੋਇਆ। ਤੇ ਉਹਨਾਂ ਦੇ ਪਿਤਾ ਜੋ ਪਰਮਾਨੰਦ ਜੀ ਹੈ, ਭਾਈਆ ਜੈ ਰਾਮ ਜੀ ਦੇ ਪਿਤਾ ਜੀ, ਸਾਰਿਆਂ ਨੇ ਤਿਆਰੀ ਕੀਤੀ ਹੈ। ਰਾਮਾ ਕ੍ਰਿਸ਼ਨਾ ਕਾਲੂ ਲਾਲੂ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਨਾ ਰਾਮਾ ਜੀ, ਮਾਮਾ ਕ੍ਰਿਸ਼ਨਾ ਜੀ, ਪਿਤਾ ਕਲਿਆਣ ਚੰਦ ਕਾਲੂ ਜੀ ਤੇ ਚਾਚਾ ਲਾਲੂ ਚੰਦ ਜੀ। ਹਰਖਤ ਉਰਮਹਿ ਚਲੇ ਉਤਾਲੂ। ਹਿਰਦੇ ਵਿੱਚ ਬੜਾ ਖੁਸ਼ ਹੋ ਕੇ ਤੇ ਬਟਾਲੇ ਵੱਲ ਪੱਖੋ ਕੇ ਰੰਧਾਵਾ ਵੱਲ ਨੂੰ ਛੇਤੀ ਚੱਲੇ ਹਨ। ਗਮਨੇ ਕਰਮ ਕਰਮ ਮਗ ਕੋ ਤਿਆਗੇ। ਹੌਲੀ ਹੌਲੀ ਚੱਲਦਿਆਂ ਰਸਤੇ ਨੂੰ ਸਾਰੇ ਨੂੰ ਛੱਡ ਕੇ ਚਲੇ ਜਾ ਰਹੇ ਹਨ। ਨਿਕਟ ਜਾਏ ਪਹੁੰਚੇ ਵੱਡ ਭਾਗੇ। ਵੱਡਿਆਂ ਭਾਗਾਂ ਵਾਲੇ ਸਤਿਗੁਰ ਜੀ ਦੇ ਨਾਨਕੇ ਦਾਦਕੇ ਭਾਈਆ ਜੀ, ਉਹਦੇ ਪਿਤਾ ਜੀ, ਇਵੇਂ ਸਾਰੇ ਇਕੱਠੇ ਹੋ ਕੇ ਜਿਹੜੇ ਆ ਵੱਡਿਆਂ ਭਾਗਾਂ ਵਾਲੇ ਪੱਖੋ ਕੇ ਰੰਧਾਵਾ ਬਟਾਲਾ ਦੇ ਨੇੜੇ ਜਦੋਂ ਪਹੁੰਚੇ ਹਨ। ਭੇਜਿਓ ਦਿਜ ਨਿਦਾ ਅਗਵਾਏ। ਇਹ ਸੁਲਤਾਨਪੁਰ ਤੋਂ ਜੋ ਇਹ ਜੈ ਰਾਮ ਹੋਣਾ ਦਾ ਜਿਹੜਾ ਬ੍ਰਾਹਮਣ ਸੀ ਜਿਹਦਾ ਨਾਮ ਨਿੱਦਾ, ਉਹਨੂੰ ਪਹਿਲਾਂ ਅੱਗੋਂ ਭੇਜਿਆ ਹੈ। ਸੁਧ ਮੂਲੇ ਕਹੋ ਦੇਦੀ ਆਏ। ਇਹ ਮੂਲ ਚੰਦ ਦੇ ਘਰ ਜਾ ਕੇ ਖਬਰ ਦੇ ਜਾ ਕੇ
ਕਿ ਜਿਹੜੇ ਬੇਦੀ ਕੁਲ ਦੇ ਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਰਿਵਾਰ ਵਾਲੇ ਉਹ ਵੀ ਤੇਰੇ ਘਰ ਆਏ ਹਨ। ਚੌਕੜ ਖਰਚਨ ਸਮਝਹੁ ਕਾਜਾ। ਚੌਕੜ ਜੋ ਮਾਇਆ ਦੀਆਂ ਥੈਲੀਆਂ ਖਰਚਣ ਦਾ ਜਾਂ ਕੰਮਕਾਰ ਉਹਨਾਂ ਕਰਨਾ ਹੈ, ਮਾਇਆ ਖਰਚਣੀ, ਇਵੇਂ ਤੂੰ ਕੰਮ ਸਮਝ ਲੈ। ਜਾਏ ਕਹੋ ਇਵ ਕਰਹਿ ਸਮਾਜਾ। ਨਿੱਦਾ ਬ੍ਰਾਹਮਣ ਜੀ ਜਾ ਕੇ ਇਵੇਂ ਕਹਿ ਦਿਓ ਵੀ ਜਿਹੜੀ ਸਾਰੀ ਸਮੱਗਰੀ ਹੈ ਮੂਲ ਚੰਦ ਜਿਹੜਾ ਹੈ ਉਹ ਵੀ ਇਕੱਠੀ ਕਰ ਲਵੇ, ਉਹ ਵੀ ਜਿਹੜੀ ਧਨ ਮਾਇਆ ਹੈ ਉਹ ਕੰਮ ਉਹਨਾਂ ਦਾ ਵੀ ਖਰਚਣ ਦਾ, ਉਹ ਵੀ ਆਪਣਾ ਸਾਜੋ ਸਮਾਨ ਇਕੱਠਾ ਕਰ ਲਵੇ। ਗਮਨਿਓ ਕਰ ਪਿਖ ਦੀਨ ਅਸੀਸਾ। ਉਹਦੇ ਘਰ ਨਿੱਦਾ ਬ੍ਰਾਹਮਣ ਜੀ ਚਲੇ ਗਏ ਮੂਲ ਚੰਦ ਜੀ ਦੇ। ਜਦੋਂ ਦੇਖਿਆ ਮੂਲ ਚੰਦ ਜੀ ਨੇ ਬੜੀਆਂ ਸੀਸਾਂ ਦਿੱਤੀਆਂ ਹਨ। ਚਿਰੰਜੀਵ ਕਰ ਹੈ ਜਗਦੀਸ਼ਾ। ਜਗਤ ਦਾ ਜੋ ਮਾਲਕ ਪਰਮੇਸ਼ਰ ਹੈ ਮੂਲ ਚੰਦ ਤੈਨੂੰ ਲੰਮੀ ਉਮਰ ਬਖਸ਼ੇ, ਤੂੰ ਚਿਰੰਜੀਵੀ ਜੀਵੇਂ। ਮੂਲੇ ਬੰਦਨਾ ਦਿਜ ਕੋ ਕੀਨੋ। ਮੂਲ ਚੰਦ ਜੀ ਨੇ ਕਿ ਬ੍ਰਾਹਮਣ ਇਹ ਕੌਣ ਹੈ, ਆਇਆਂ ਨੂੰ ਦੇ ਕੇ ਨਮਸਕਾਰ ਕੀਤੀ ਹੈ। ਸਨਮਾਨਿਓ ਆਸਨ ਆਸੀਨੋ। ਬੜਾ ਸਨਮਾਨ ਕੀਤਾ ਹੈ, ਸੋਹਣਾ ਪਲੰਗ ਆਸਣ ਦਿੱਤਾ ਤੇ ਬਿਠਾਇਆ ਬੜੇ ਸਨਮਾਨ ਸਤਿਕਾਰ ਨਾਲ। ਇਹ ਤੇ ਭਇਓ ਆਵਨੋ ਤੋਹੀ। ਪੁੱਛਿਆ ਹੈ ਵੀ ਕਿੱਥੋਂ ਤੇ ਕਿਵੇਂ ਕਿਸ ਤਰ੍ਹਾਂ ਵੀ ਤੇਰਾ ਆਉਣਾ ਹੋਇਆ ਹੈ ਬ੍ਰਾਹਮਣ ਜੀ। ਆਪਣੀ ਕਹੋ ਵਾਰਤਾ ਮੋਹੀ। ਮੈਨੂੰ ਆਪਣੀ ਸਾਰੀ ਗੱਲਬਾਤ ਵਾਰਤਾ ਕਹੋ ਜੀ। ਸੁਨ ਕਰ ਬ੍ਰਾਹਮਣ ਬਚਨ ਅਲਾਇਆ। ਸੁਣ ਕਰਕੇ ਨਿੱਦਾ ਬ੍ਰਾਹਮਣ ਜੀ ਨੇ ਬਚਨ ਕਿਹਾ। ਹਉ ਸੁਲਤਾਨ ਨਗਰ ਤੇ ਆਇਆ। ਮੂਲ ਚੰਦ ਜੀ ਪਟਵਾਰੀ ਸਾਹਿਬ ਜੀ, ਮੈਂ ਸੁਲਤਾਨਪੁਰ ਨਗਰ ਤੋਂ ਆਇਆ ਹਾਂ। ਪਰਮਾਨੰਦ ਪਠਾ ਤੁਮ ਪਾਸਾ। ਜੋ ਸੁਲਤਾਨਪੁਰ ਵਿੱਚ ਜੈ ਰਾਮ ਦੇ ਪਿਤਾ ਪਰਮਾਨੰਦ ਜੀ ਹੈ, ਉਹਨਾਂ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਹੈ। ਆਏ ਬੇਦੀ ਲਖੋ ਵਾਸਾ। ਤੇ ਜਿਹੜੇ ਬੇਦੀਆਂ ਦੀ ਕੁਲ ਦੇ ਸਾਰੇ ਹੈ ਸੁਲਤਾਨਪੁਰ ਤੋਂ ਨਾਨਕੇ ਸਤਿਗੁਰੂ ਜੀ ਦੇ ਦਾਦਕੇ ਉਹ ਵੀ ਤੇਰੇ ਘਰ ਆਏ ਸਮਝ। ਚੌਕੜ ਖਰਚਨ ਕੀ ਵਿਦ ਜਾਨਹਾ। ਵਿਧੀ ਜਿਹੜਾ ਢੰਗ ਤਰੀਕਾ ਹੈ ਮਾਇਆ ਖਰਚਣ ਦਾ ਉਹ ਤੂੰ ਜਾਣ ਲਿਆ। ਉਹਨਾਂ ਨੇ ਇੱਥੇ ਆ ਕੇ ਮਾਇਆ ਖਰਚਣੀ, ਖੁਸ਼ੀ ਮਨਾਉਣੀ ਹੈ। ਸੁਧ ਕਰਨੇ ਮਮ ਆਵਨ ਮਾਨਹਾ। ਮੇਰਾ ਵੀ ਖਬਰ ਕਰਨ ਵਾਸਤੇ ਤੂੰ ਮਨ ਵਿੱਚ ਮੰਨ ਲੈ, ਮੇਰਾ ਜਿਹੜਾ ਤੇਰੇ ਘਰ ਆਉਣਾ ਉਹ ਖਬਰ ਦੇਣ ਵਾਸਤੇ ਆਇਆ, ਐਵੇਂ ਤੂੰ ਜਾਣ ਲੈ, ਮੰਨ ਲੈ। ਸੁਨ ਮੂਲਾ ਬੋਲਿਓ ਦਵਿਜ ਸਾਥੇ। ਸੁਣ ਕੇ ਮੂਲ ਚੰਦ ਸਤਿਗੁਰ ਜੀ ਦੇ ਸਹੁਰਾ ਜੀ ਐਵੇਂ ਬੋਲੇ ਬ੍ਰਾਹਮਣ ਨਿੱਦਾ ਦੇ ਸਾਥ। ਭਲਾ ਭਇਓ ਆਵਹਿ ਮੁਝ ਮਾਥੇ। ਕਿ ਜੇ ਬੇਦੀਆਂ ਦੀ ਕੁਲ ਦੇ ਉਹ ਪਰਿਵਾਰ ਸਾਰੇ ਆ ਗਏ ਦੀ ਵੀ ਚੰਗੀ ਗੱਲ ਹੋਈ ਹੈ। ਉਹ ਖੁਸ਼ੀ ਖੁਸ਼ੀ ਆਉਣਾ, ਖਿੜੇ ਮੱਥੇ ਉਹਨਾਂ ਦਾ ਆਉਣਾ ਮੰਨਦਾ ਹਾਂ। ਉਹ ਵੀ ਮੇਰੇ ਘਰ ਆਉਣ, ਜੀ ਆਇਆਂ ਨੂੰ ਸਭ ਨੂੰ। ਤੋਰਨ ਜਹ ਤਹ ਦਾਸ ਪਠਾਏ। ਬੜੀ ਛੇਤੀ ਜਿੱਥੇ ਕਿੱਥੇ ਵੀ ਆਪਣੇ ਦਾਸ ਸਨ ਬੁਲਾਏ ਅਤੇ ਉਹਨਾਂ ਨੂੰ ਭੇਜਿਆ ਆਪੋ ਆਪਣੇ ਕੰਮਾਂ ਵੱਲ। ਲੀਏ ਮੰਗਵਾਏ ਸੋਜ ਸਮੁਦਾਏ। ਸਾਰਿਆਂ ਦਾਸਾਂ ਨੂੰ ਇੱਧਰ ਉੱਧਰ ਭੇਜ ਕੇ ਜਿਹੜੀ ਉਹ ਖਾਣ ਪੀਣ ਦੀ ਸਤਿਕਾਰ ਵਜੋਂ ਜਿਹੜੀ ਸਮੱਗਰੀ ਬਣਾਉਣੀ ਹੈ ਉਹ ਵੀ ਸਮੱਗਰੀ ਸਾਰੀ ਮੰਗਾ ਲਈ ਹੈ। ਦਵਿਜ ਭੇਜਿਓ ਪੁਨ ਬੋਲ ਪਠਾਏ। ਸਾਰੀ ਸਮੱਗਰੀ ਮੰਗਾ ਕੇ ਤੇ ਨਿੱਦਾ ਬ੍ਰਾਹਮਣ ਨੂੰ ਭੇਜਿਆ ਹੈ ਕਿ ਜਾ ਕੇ ਹੁਣ ਤੁਸੀਂ ਜਿੱਥੇ ਉਹ ਖੜੇ ਆ ਰਾਹ 'ਚ ਟਿਕਾਣਾ ਕਰਕੇ ਉਹਨਾਂ ਨੂੰ ਬੁਲਾ ਲਿਆਓ। ਤੇ ਬੋਲਣ ਵਾਸਤੇ ਨਿੱਦੇ ਬ੍ਰਾਹਮਣ ਨੂੰ ਭੇਜ ਦਿੱਤਾ ਤੇ ਉਹ ਬੋਲਿਆ ਹੈ ਤੇ ਸਾਰੇ ਆਏ ਹਨ। ਮੂਲੇ ਸਦਨ ਸਬਹ ਚਲ ਆਏ। ਜਦੋਂ ਨਿੱਦਾ ਬ੍ਰਾਹਮਣ ਨੇ ਕਿਹਾ ਕਿ ਸਾਰਾ ਇੰਤਜ਼ਾਮ ਹੋ ਗਿਆ, ਹੁਣ ਤੁਸੀਂ ਵੀ ਆ ਜਾਓ, ਤੇ ਸਾਰੇ ਜਾਣੇ ਪਰਮਾਨੰਦ ਜੀ, ਸਤਿਗੁਰੂ ਜੀ ਦੇ ਨਾਨਾ ਜੀ, ਮਾਮਾ ਜੀ, ਚਾਚਾ ਜੀ, ਪਿਤਾ ਜੀ,
ਸਾਰੇ ਚੱਲ ਕਰਕੇ ਮੂਲ ਚੰਦ ਦੇ ਘਰ ਆ ਗਏ ਪੱਖੋ ਕੇ ਰੰਧਾਵੇ ਬਟਾਲੇ ਵਿੱਚ। ਮਿਲ ਕੈ ਕਰੀ ਭਲੇ ਕੁਲ ਰੀਤਾ, ਮਿਲ ਕੇ ਸਾਰਿਆਂ ਨੇ ਚੰਗੀ ਜਿਹੜੀ ਕੁਲ ਦੀ ਰੀਤੀ ਰਿਵਾਜ ਉਹ ਕੀਤਾ ਹੈ। ਹਰਖੇ ਵਦੀ ਨਵੀਨੀ ਪ੍ਰੀਤਾ, ਬੜੇ ਖੁਸ਼ ਹੋਏ ਅਤੇ ਨਵੀਂ ਨਵੀਂ ਪ੍ਰੀਤੀ ਪ੍ਰੇਮ ਪਿਆਰ ਵਧਿਆ ਹੈ। ਚੌਕੜ ਖਰਚਨ ਜੋ ਬਿਦ ਚੀਨੀ, ਜੋ ਵਿਧੀ ਢੰਗ ਤਰੀਕਾ ਸੀ ਪੈਸਾ ਖਰਚਣ ਦਾ ਉਹ ਪਰਮਾਨੰਦ ਨੇ ਜਾਣਿਆ ਹੈ। ਜਦੋਂ ਪਰਮਾਨੰਦ ਸਭ ਹੈ ਤਬ ਕੀਨੀ, ਪਰਮਾਨੰਦ ਜੀ ਜੋ ਭਾਈਆ ਜੈ ਰਾਮ ਜੀ ਦੇ ਪਿਤਾ ਜੀ ਸਨ ਉਹਨਾਂ ਨੇ ਸਭ ਤਰ੍ਹਾਂ ਨਾਲ ਉਹ ਵਿਧੀ ਢੰਗ ਕੀਤੀ ਹੈ। ਰਾਹੋ ਲਾਗ ਯੁਗ ਕਾਂ ਤੇ ਹੋਇਓ, ਲਾਗੀਆਂ ਦੀ ਜਿਹੜੀ ਰੀਤੀ ਹੈ ਦੋਵਾਂ ਪਾਸਿਆਂ ਤੋਂ ਹੀ ਚੰਗੀ ਤਰ੍ਹਾਂ ਹੋਈ ਹੈ। ਭਈ ਵਧਾਈ ਸ਼ੋਕ ਬਿਗੋਇਓ, ਬੜੇ ਵਧਾਈ ਜਿਹੜੀ ਵੱਧ ਰਹੀ ਹੈ, ਵਧਾਈਆਂ ਹੋ ਰਹੀਆਂ ਹੈ, ਸੋਗ ਜਿਹੜੇ ਦੂਰ ਕਰ ਦਿੱਤੇ, ਗਮ ਭੁਲਾਏ ਹੋਏ ਹੈ, ਸਭ ਬੜੇ ਖੁਸ਼ ਹਨ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਕਰ ਇਕੰਤ ਕਾਲੂ ਕਹਿ ਬਾਣੀ, ਜਦੋਂ ਸਾਰਾ ਰਸਮੋ ਰਿਵਾਜ ਹੋ ਗਿਆ ਪਿਤਾ ਕਾਲੂ ਜੀ ਨੇ ਕੱਲਿਆਂ ਜਾ ਕਰਕੇ ਮੈਂ ਬਾਣੀ ਕਹੀ ਪਰਮਾਨੰਦ ਜੀ ਨੂੰ। ਪਰਮਾਨੰਦ ਸੁਨੋ ਸੁਖ ਖਾਨੀ, ਭਾਈ ਪਰਮਾਨੰਦ ਜੀ ਨੂੰ ਕਿਹਾ ਹੈ ਪਿਤਾ ਕਲਿਆਣ ਚੰਦ ਜੀ ਨੇ ਵੀ ਸੁੱਖਾਂ ਦੀ ਖਾਣ ਪਰਮਾਨੰਦ ਜੀ ਮੇਰੀ ਗੱਲ ਸੁਣੋ। ਮੂਲੇ ਤੇ ਮੰਗਹੁ ਤੁਮ ਸਾਹਾ, ਵੀ ਆ ਜਿਹੜਾ ਹੁਣ ਕੁੜਮਾਈ ਐ ਸਗਾਈ ਮੰਗਣੀ ਤੇ ਹੋ ਹੀ ਗਈ ਐ, ਮੂਲ ਚੰਦ ਤੋਂ ਜਿਹੜਾ ਸਾਹਾ ਨਾ ਵਿਆਹ ਉਹ ਵੀ ਤੂੰ ਛੇਤੀ ਮੰਗ ਲਓ। ਭਲੀ ਭਾਂਤ ਜੋ ਹੋਏ ਬਿਹਾਵਾ, ਚੰਗੀ ਤਰ੍ਹਾਂ ਜਿਸ ਤਰ੍ਹਾਂ ਵਿਆਹ ਹੋ ਜਾਵੇ ਉਹ ਸਾਹਾ ਵੀ ਤੁਸੀਂ ਹੁਣੇ ਹੀ ਮੰਗ ਲਓ। ਕੀਨ ਪ੍ਰਿਥਕ ਮੂਲੇ ਕੋ ਤਬ ਹੀ, ਪਰਮਾਨੰਦ ਜੀ ਨੇ ਸੁਣ ਕੇ ਉਸੇ ਵੇਲੇ ਜਿਹੜਾ ਮੂਲ ਚੰਦ ਕਿੰਨਿਆਂ ਜਾਣਾਂ ਵਿੱਚ ਖੜਿਆ ਸੀ ਵੱਖਰਾ ਜਿਹਾ ਉਹਨੂੰ ਕਰ ਲਿਆ ਹੈ। ਪਰਮਾਨੰਦ ਕਹੀ ਬਿਦ ਸਭ ਹੀ, ਭਾਈ ਪਰਮਾਨੰਦ ਜੀ ਨੇ ਜੋ ਪਿਤਾ ਕਲਿਆਣ ਚੰਦ ਜੀ ਨੇ ਸਾਰੀ ਗੱਲ ਕਹੀ ਸੀ ਨਾ ਵੀ ਵਿਆਹ ਵੀ ਮਗਰੇ ਮੰਗ ਲਓ, ਉਹ ਵਿਧੀ ਕਹੀ ਹੈ। ਕੰਨਿਆ ਬਰ ਕੀ ਬੈ ਹੈ ਕਰਨਾ, ਸਾਰਾ ਢੰਗ ਤਰੀਕਾ ਗੱਲ ਕਹਿ ਕੇ ਕਿਹਾ ਵੀ ਮੂਲ ਚੰਦ ਜੀ ਤੁਸੀਂ ਸਿਆਣੇ ਹੀ ਹੋ, ਆ ਕੰਨਿਆ ਦਾ ਤੇ ਵਰ ਦੀ ਦੋਵਾਂ ਦੀ ਉਮਰ ਆ ਜਵਾਨ ਹੋ ਗਈ ਹੈ। ਸਾਹਾ ਲਿਖ ਦੇਹ ਲਖ ਆਚਰਨਾ, ਉਹਨਾਂ ਦਾ ਵਰਤਾਰਾ ਕਰਤੱਵ ਰੀਤੀ ਜੀ ਜਾਣ ਕੇ ਤੇ ਵਿਆਹ ਜਿਹੜਾ ਉਹ ਵੀ ਤੁਸੀਂ ਹੁਣ ਵੀ ਛੇਤੀ ਛੇਤੀ ਲਿਖ ਦਿਓ। ਸੁਨ ਮੂਲੇ ਨੇ ਬਚਨ ਉਚਾਰੇ, ਸੁਣ ਕੇ ਮੂਲ ਚੰਦ ਜੀ ਨੇ ਬਚਨ ਉਚਾਰੇ। ਨਹ ਮਾਨੋ ਮਨ ਬੈਨ ਤੁਮਾਰੇ, ਪਰਮਾਨੰਦ ਜੀ ਮਨ ਵਿੱਚ ਜਿਹੜੇ ਮੈਂ ਤੁਹਾਡੇ ਬਚਨ ਹੈ ਨਾ ਉਹ ਤੇ ਨਹੀਂ ਹੁਣ ਮੰਨ ਸਕਦਾ। ਇੱਕ ਬਰਸ ਬੀਤੇ ਤਹਿ ਪਾਸ਼ੇ, ਜਦੋਂ ਇੱਕ ਸਾਲ ਬੀਤ ਜਾਊਗਾ ਲੰਘ ਜਾਊਗਾ ਉਹਦੇ ਪਿੱਛੋਂ ਇੱਕ ਭੇਜੋ ਸਾਹਾ ਮੈਂ ਆਛੇ, ਵਿਆਹ ਦਾ ਜਿਹੜਾ ਸਾਰਾ ਢੰਗ ਤਰੀਕਾ ਵੀ ਕਦੋਂ ਕਰਨਾ ਹੈ ਉਹ ਮੈਂ ਲਿਖ ਕੇ ਚੰਗੀ ਤਰ੍ਹਾਂ ਭੇਜ ਦਿਆਂਗਾ। ਹੁਣ ਜਿਹੜੀ ਗੱਲ ਕਹਿੰਦੇ ਹੁਣ ਤੇ ਨਹੀਂ ਮੈਂ ਮੰਨਦਾ ਹਾਂ, ਸਾਲ ਹਟ ਕੇ ਕਰਨਾ ਹੈ। ਅਸ ਸੁਨ ਕੈ ਤਨ ਤੂਸ਼ਨ ਠਾਨੀ, ਇਸ ਤਰ੍ਹਾਂ ਸੁਣ ਕੇ ਪਰਮਾਨੰਦ ਜੀ ਨੇ ਚੁੱਪ ਜੀ ਧਾਰਨ ਕਰ ਲਈ ਹੈ। ਪਣੀ ਜੋ ਮੂਲੇ ਸੋ ਮਨ ਮਾਨੇ, ਜੋ ਭਾਈ ਮੂਲ ਚੰਦ ਜੀ ਨੇ ਮੁੱਖੋਂ ਗੱਲ ਕਹੀ ਹੈ ਭਾਈ ਪਰਮਾਨੰਦ ਜੀ ਨੇ ਮਨ ਵਿੱਚ ਮੰਨ ਲਈ ਹੈ ਵੀ ਠੀਕ ਕਿਹਾ ਹੈ। ਇੱਕ ਦਿਨ ਰਹਿ ਪੇ ਬਿਦਾ ਸਕੀਰਤ, ਇੱਕ ਦਿਨ ਪੱਖੋ ਕੇ ਰੰਧਾਵਾ ਮੂਲ ਚੰਦ ਜੀ ਦੇ ਘਰ ਰਹੇ ਹਨ ਤੇ ਫਿਰ ਸਾਰਿਆਂ ਦੀ ਬੜੀ ਜਸ ਵਡਿਆਈ ਦੇ ਨਾਲ ਕੀਰਤੀ ਸਹਿਤ ਵਿਦਾ ਕੀਤਾ ਹੈ। ਗ੍ਰਮ ਹੈ ਸੁੰਦਰ ਜਸ ਬਿਸਤੀਰਤ, ਸਤਿਗੁਰ ਜੀ ਦੇ ਪਿਤਾ ਜੀ ਹੁਣਾਂ ਨੇ ਨਾਨਕਿਆਂ ਨੇ ਜਾ ਕੇ ਪੱਖੋ ਕੇ ਰੰਧਾਵਾ ਤਥਾ ਬਟਾਲਾ ਜਾ ਕੇ ਬੜਾ ਸੁੰਦਰ ਜਸ ਫੈਲਾਇਆ ਹੈ। ਸਕਟ ਰੁਕ ਹੈ ਪੰਥ ਸਿਧਾਏ, ਗੱਡਿਆਂ ਉੱਪਰ ਸਵਾਰ ਹੋ ਗਏ ਤੇ ਸੁਲਤਾਨਪੁਰ ਦੇ ਰਸਤੇ ਨੂੰ ਚੱਲ ਪਏ ਸਾਰੇ।
ਪੁਰ ਸੁਲਤਾਨ ਵਿਖੇ ਚਲ ਆਏ। ਸੁਲਤਾਨਪੁਰੀ ਜਿਹੜੀ ਨਗਰੀ ਸ਼ਹਿਰ ਹੈ, ਚੱਲ ਕੇ ਸਾਰੇ ਹੀ ਉੱਥੇ ਆ ਗਏ। ਕਰਤ ਨਾਨਕੀ ਉਤਸਵ ਭਾਰੀ। ਇੱਧਰ ਭੈਣ ਨਾਨਕੀ ਜੀ ਨੂੰ ਬੜੀ ਖੁਸ਼ੀ ਹੈ ਕਿ ਭਰਾ ਗੁਰੂ ਨਾਨਕ ਸਾਹਿਬ ਜੀ ਦੀ ਮੰਗਣੀ ਹੋ ਗਈ ਹੈ, ਸਾਰੇ ਕੰਮ ਚੰਗੇ ਹੋ ਗਏ ਹੈ। ਬੜੀ ਤਗੜੀ ਖੁਸ਼ੀ ਮਨਾ ਰਹੇ, ਉਤਸ਼ਾਹ ਵੱਡਾ ਕਰ ਰਹੇ ਹਨ। ਸਦਨ ਬੁਲਾਈ ਨਾਗਰ ਨਾਰੀ। ਘਰ ਦੇ ਵਿੱਚ ਜਿਹੜੀਆਂ ਗਵਾਂਢ ਦੀਆਂ ਬੜੀਆਂ ਸਿਆਣੀਆਂ ਮਾਈਆਂ ਹੈ ਤੇ ਉਹਨਾਂ ਨੂੰ ਬੁਲਾਇਆ ਹੈ। ਗਾਵਤ ਗੀਤ ਮਿਲੀ ਪਿਕ ਬੈਨੀ। ਉਹ ਮਾਈਆਂ ਆ ਕੇ ਮਿਲ ਕੇ ਵਿਹੜੇ ਦੇ ਵਿੱਚ ਗੀਤ ਗਾਉਂਦੀਆਂ ਹੈ, ਜਿਨ੍ਹਾਂ ਦੀ ਆਵਾਜ਼ ਕੋਇਲਾਂ ਵਰਗੀ ਸੁਰੀਲੀ ਹੈ। ਗਾਰੀ ਦੇਹ ਸੁਖਦ ਮ੍ਰਿਗ ਨੈਣੀ। ਜਿਨ੍ਹਾਂ ਦੇ ਨੇਤਰ ਹਿਰਨ ਦੀਆਂ ਅੱਖਾਂ ਵਰਗੇ ਹਨ, ਜਿਨ੍ਹਾਂ ਦੀਆਂ ਅੱਖਾਂ ਹਿਰਨ ਦੀਆਂ ਅੱਖਾਂ ਵਰਗੀਆਂ ਹਨ। ਸੁੰਦਰ ਸਰੂਪ ਵਾਲੀਆਂ ਸਿੱਠਣੀਆਂ ਸੁਖ ਦੇਣ ਵਾਲੀਆਂ ਦਿੰਦੀਆਂ ਹਨ। ਮੰਗਤ ਜਨ ਪਾਵਹਿ ਬਹੁਦਾਨਾ। ਮੰਗਣ ਵਾਲੇ ਮੰਗਤੇ ਬੜੇ ਆ ਰਹੇ ਹੈ। ਬਹੁਤ ਜਿਹੜਾ ਦਾਨ ਹੈ ਵਸਤਾਂ ਪਾ ਰਹੇ ਹਨ ਭੈਣ ਨਾਨਕੀ ਜੀ ਪਾਸੋਂ। ਦੇਹ ਅਸੀਸ ਵਧੈ ਸੁਖ ਨਾਨਾ। ਮੰਗਤੇ ਵਿਚਾਰੇ ਚੀਜ਼ਾਂ ਲੈ ਲੈ ਕੇ ਅਸੀਸਾਂ ਦਿੰਦੇ ਆ ਵੀ ਨਾਨਕੀ ਜੀ, ਜੈ ਰਾਮ ਜੀ, ਆ ਤੁਹਾਡੇ ਘਰ ਬੜੀਆਂ ਵਧਾਈਆਂ, ਨਾਨਾ ਤਰ੍ਹਾਂ ਦੀਆਂ, ਬਹੁਤ ਤਰ੍ਹਾਂ ਦੀਆਂ ਵਧਣ ਫੁੱਲਣ। ਕੇਤਿਕ ਦਿਨ ਰਹਿ ਪੁਰ ਸੁਲਤਾਨਾ। ਤੁਹਾਡੇ ਘਰ ਬਹੁਤਾ ਸੁਖ ਵਧੇ, ਬਹੁਤਾ ਤੁਸੀਂ ਵਧੋ ਫੁੱਲੋ। ਕੁਝ ਕੁ ਦਿਨ ਰਹਿ ਕੇ ਸੁਲਤਾਨਪੁਰ ਦੇ ਵਿੱਚ ਸਾਰੇ ਜਾਣੇ। ਹੁਣ ਕਾਲੂ ਚਾਹ ਕਰਿਓ ਪਿਆਨਾ। ਪਿਤਾ ਕਾਲੂ ਜੀ ਹੁਣ ਜਾਣਾ ਚਾਹੁੰਦੇ, ਚਾਲਾ ਮਾਰਨਾ ਚਾਹੁੰਦੇ ਵੀ ਸਾਰੇ ਕੰਮ ਕਰਦੇ ਹੋ ਗਏ ਹਨ ਇੱਥੇ। ਹੋਇਆ ਹੈ ਅਟਕੀ ਕ੍ਰਿਤ ਪਟਵਾਰੀ। ਵੀ ਮੇਰਾ ਜਿਹੜਾ ਪਟਵਾਰ ਪੁਣੇ ਦਾ ਕੰਮ ਹੈ ਉਹ ਸਾਰਾ ਰੁਕਿਆ ਹੋਇਆ ਹੈ। ਅਬ ਗਮਨੋ ਮੈਂ ਹਿਰਦੇ ਵਿਚਾਰੀ। ਹਿਰਦੇ ਵਿੱਚ ਵਿਚਾਰੀ ਹੈ ਵੀ ਸਾਰੇ ਜਿਹੜੇ ਕੰਮ ਹੈ ਉਹ ਤੇ ਹੋ ਗਏ, ਹੁਣ ਵੀ ਮੈਂ ਚਲਿਆ ਜਾਵਾਂ ਆਪਣੇ ਘਰ। ਚਲਨ ਬੈਨ ਸੁਨਾ ਕਰ ਮਰਦਾਨਾ। ਇੱਧਰ ਭਾਈ ਮਰਦਾਨਾ ਜੀ ਨੇ ਜਦੋਂ ਕੰਨਾਂ ਵਿੱਚ ਸੁਣਿਆ ਚੱਲਣ ਦੇ ਬਚਨ ਵੀ ਹੁਣ ਜਾਣ ਦੀ ਤਿਆਰੀ ਹੈ ਸਭ ਦੀ। ਗਮਨਿਓ ਜਹਾਂ ਹੋਤੇ ਗਤ ਦਾਨਾ। ਮੁਕਤੀ ਦਾਤੇ ਜਿਸ ਹੱਟ ਦੇ ਵਿੱਚ ਸਨ ਭਾਈ ਮਰਦਾਨਾ ਜੀ ਉਧਰ ਨੂੰ ਚਲੇ ਗਏ। ਨਿਕਟ ਜਾਏ ਕਰ ਗਿਰਾ ਵਖਾਨੀ। ਮਹਾਰਾਜ ਜੀ ਦੇ ਕੋਲ ਜਾ ਕੇ ਬਾਣੀ ਮੁਖੋਂ ਕਹੀ ਬਚਨ ਬੋਲੇ ਹੈ ਜਾ ਕੇ। ਸੁਨ ਜਜਮਾਨ ਅਧਿਕ ਤੁਮ ਦਾਨੀ। ਕਿਆ ਹੈ ਕਿ ਮਹਾਰਾਜ ਤੁਸੀਂ ਨੇ ਵੱਡੇ ਦਾਨੀ ਹੋ, ਮੇਰੇ ਵੱਡੇ ਜਜਮਾਨ ਹੋ। ਅਤ ਉਤਸਵ ਸੋ ਭਾਈ ਸਗਾਈ। ਵੇਖ ਲਓ ਮਹਾਰਾਜ ਤੁਹਾਡੀ ਜਿਹੜੀ ਮੰਗਣੀ ਹੈ ਸਗਾਈ ਆ ਚੰਗੀ ਭਾਰੀ ਹੋਈ ਹੈ, ਬੜਾ ਵੱਡਾ ਉਤਸ਼ਾਹ ਹੋਇਆ ਹੈ। ਮੁਝ ਦੀਜੈ ਨਿਜ ਅਬਹਿ ਵਧਾਈ। ਮਹਾਰਾਜ ਸਭ ਨੂੰ ਵਧਾਈਆਂ ਦੇ ਦਿੱਤੀਆਂ, ਹੁਣ ਮੈਂ ਖਾਲੀ ਬਾਕੀ ਆ, ਮੈਨੂੰ ਹੁਣ ਵਧਾਈ ਦੇ ਦਈਏ। ਭੋ ਸੁਖ ਰਾਸ ਵਾਸ ਮਿਰਾਸੀ। ਤੁਸੀਂ ਤੇ ਸੁੱਖਾਂ ਦੀ ਰਾਸ ਹੋ ਮਹਾਰਾਜ ਜੀ, ਤੇ ਮੈਂ ਤੁਹਾਡੇ ਘਰ ਦਾ ਮਿਰਾਸੀ ਹਾਂ, ਬੇਦੀ ਕੁਲ ਦਾ ਮਿਰਾਸੀ ਹਾਂ, ਤੁਹਾਡਾ ਡੂਮ। ਧਰਾਂ ਸਦਾ ਮੈਂ ਰਾਵਰ ਆਸੀ। ਮੈਨੂੰ ਤੇ ਤੁਹਾਡੀ ਆਸ ਹਮੇਸ਼ਾ, ਮੈਂ ਤੁਹਾਡੀ ਬੇਦੀਆਂ ਦੇ ਕੁਲ ਦਾ ਮੈਂ ਮਿਰਾਸੀ ਹਾਂ ਤੇ ਤੁਹਾਡੀ ਹੀ ਮਹਾਰਾਜ ਮੈਂ ਆਸ ਰੱਖਦਾ ਹਾਂ। ਨਰ ਅਨੇਕ ਤੁਮ ਤੇ ਵਰਸਾਨੇ। ਆ ਸੁਲਤਾਨਪੁਰ ਦੇ ਵਿੱਚ ਅਨੇਕਾਂ ਹੀ ਮਨੁੱਖ ਵਿਚਾਰੇ ਗਰੀਬ ਗੁਰਬੇ ਤੁਹਾਡੇ ਤੋਂ ਖੁੱਲ੍ਹਾ ਹੀ ਲੈ ਲੈ ਕੇ ਵਰਸ ਗਏ ਆ, ਚੰਗਾ ਹੀ ਉਹਨਾਂ ਨੇ ਧਨ ਪਦਾਰਥ ਪਾ ਲਏ ਹਨ। ਪਾਵਹਿ ਜਾਚਕ ਨਿਜ ਮਨ ਭਾਨੇ। ਵੀ ਅਨੇਕਾਂ ਮਨੁੱਖਾ ਤੁਹਾਡੇ ਤੋਂ ਵਰਸੇ ਆ ਚੰਗੇ ਚੰਗੇ ਮਹਾਰਾਜੋ, ਖਾਣੇ ਪੀਣੇ ਖਾ ਰਹੇ ਤੁਹਾਡੀ ਮਿਹਰ ਨਾਲ ਹੀ। ਆ ਜਿੰਨੇ ਮੰਗਤੇ ਜੋ ਵੀ ਉਹਨਾਂ ਦੇ ਮਨ ਆਪਣੇ ਮਨ ਵਿੱਚ ਚੰਗਾ ਲੱਗਦਾ ਵੀ ਅਸੀਂ ਆ ਲੈਣਾ ਹੈ, ਉਹੀ ਤੁਹਾਡੇ ਪਾਸੋਂ ਪਾ ਲੈਂਦੇ ਹਨ। ਅਬ ਲੋ ਮੈਂ ਨਾ ਜਾਚਨਾ ਕੀਨੀ। ਪਰ ਮਹਾਰਾਜ ਹਜੇ ਤੱਕ ਮੈਂ ਨਹੀਂ ਤੁਹਾਡੇ ਕੋਲ ਵੇਖ ਲਓ ਕੁਝ ਵੀ ਮੰਗਿਆ। ਤੁਮ ਪਿਤ ਦੇਤ ਵਸਤ ਸੋਲੀ। ਹੁਣ ਤੱਕ ਮੈਂ ਨਹੀਂ ਕੁਝ ਮੰਗਣਾ ਕੀਤਾ, ਤੁਹਾਡੇ ਪਿਤਾ ਜੀ ਜੋ ਵੀ ਕੋਈ ਵਸਤੂ ਮੈਨੂੰ ਦੇ ਦਿੰਦੇ ਆ
ਸਤ ਕਹਿ ਕੇ ਮੈਂ ਉਹੀ ਲੈ ਲੈਨਾ ਹਾਂ। ਗਤ ਦਾਨੀ ਸੁਨ ਕਰ ਤਿਹ ਬਾਨੀ। ਮੁਕਤੀ ਦੇ ਦਾਨ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਸੁਣ ਕੇ ਭਾਈ ਮਰਦਾਨਾ ਦਾ ਬਚਨ ਬੋਲੇ ਮ੍ਰਿਦਲ ਪਰਮ ਸੁਖ ਸਾਨੀ। ਬੜੇ ਜਿਹੜੇ ਕੋਮਲ ਹੈ ਤੇ ਮਹਾਨ ਸੁੱਖਾਂ ਵਿੱਚ ਮਿਲੇ ਹੋਏ ਬਾਣੀ ਦੇ ਬਚਨ ਬੋਲੇ ਆ ਗੁਰੂ ਜੀ। ਜੌਨ ਮਨੋਰਥ ਮਨ ਹੋਵੇ ਤੇਰੇ। ਇਹ ਵੀ ਭਾਈ ਮਰਦਾਨੇ ਜੋ ਤੇਰੇ ਮਨ ਦਾ ਖਿਆਲ ਫੁਰਨਾ ਹੈ। ਕਰਹੁ ਬਚਨ ਦੇਵੋ ਬਿਨ ਦੇਰੇ। ਉਹ ਤੂੰ ਖੁੱਲ ਕੇ ਬਚਨ ਕਰ, ਬਿਨਾ ਦੇਰੀ ਤੋਂ ਹੀ ਤੈਨੂੰ ਦੇ ਦਿਆਂਗੇ। ਕਾਹਨੂੰ ਫਿਕਰ ਕਰਦੇ ਆ ਭਾਈ ਮਰਦਾਨਾ ਜੀ। ਹਮਰੋ ਹੈ ਤੁਝ ਸੰਗ ਇੱਕ ਕਾਜੋ। ਬਾਕੀ ਭਾਈ ਮਰਦਾਨਾ ਜੀ ਤੁਹਾਡੇ ਨਾਲ ਸਾਨੂੰ ਇੱਕ ਖਾਸ ਹੀ ਕੰਮ ਹੈ ਬਾਅਦ ਵਿੱਚ। ਅਬਿਲਾਖਾ ਪੂਰੋ ਨਿਜ ਆਜੋ। ਬਾਕੀ ਜੋ ਤੁਹਾਡੇ ਮਨ ਵਿੱਚ ਕੋਈ ਇੱਛਾ ਹੈ ਉਹ ਅੱਜ ਤੁਸੀਂ ਆਪਣੀ ਚਾਹਨਾ ਇੱਛਾ ਪੂਰੀ ਕਰ ਹੀ ਲਓ। ਮਰਦਾਨਾ ਗੁਣ ਕੈ ਮਨ ਸਵਾਰਥ। ਮਨ ਵਿੱਚ ਭਾਈ ਮਰਦਾਨਾ ਜੀ ਆਪਣਾ ਮਤਲਬ ਜਿਹਾ ਵਿਚਾਰ ਕੇ ਕਹਿ ਦੇਹੋ ਕੋ ਭਲੋ ਪਦਾਰਥ। ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚਾ ਪਾਤਸ਼ਾਹ ਜਿਹੜਾ ਕੋਈ ਚੰਗਾ ਪਦਾਰਥ ਹੋ ਫਿਰ ਤੁਸੀਂ ਆਪਣੇ ਆਪ ਹੀ ਦੇ ਦਿਓ ਮੈਨੂੰ। ਜਿਹਤੇ ਹਰਖ ਔਰ ਤ੍ਰਿਪਤਾਈ। ਜਿਸ ਨੂੰ ਪਦਾਰਥ ਨੂੰ ਲੈ ਕੇ ਮੈਂ ਰੱਜ ਵੀ ਜਾਵਾਂ ਤੇ ਹਿਰਦੇ ਵਿੱਚ ਬੜਾ ਖੁਸ਼ ਹੋਵਾਂ। ਜਸ ਤੁਮਰੋ ਕਰ ਦਿਓ ਦੁਆਈ। ਉਸ ਚੀਜ਼ ਨੂੰ ਦਿਓ ਜਿਹੜੀ ਮੈਂ ਲੈ ਕੇ ਰੱਜ ਜਾਵਾਂ ਖੁਸ਼ੀ ਹੋਵਾਂ। ਤੁਹਾਡਾ ਬੜਾ ਫਿਰ ਜਸ ਵਡਿਆਈ ਕਰਾਂ ਤੁਹਾਨੂੰ ਸੀਸਾਂ ਦੇਵਾਂ। ਹੈ ਰਾਵਰ ਕੋ ਮੁਝੇ ਭਰੋਸਾ। ਮਹਾਰਾਜ ਮੈਨੂੰ ਤੇ ਤੁਹਾਡੇ ਤੇ ਭਰੋਸਾ, ਦੀਨ ਦਿਆਲ ਭਰੋਸੇ ਤੇਰੇ। ਸਮ ਉਦਾਰ ਕੋ ਨ੍ਰਿਪ ਨਾ ਸੁਪੋਸ਼ਾ। ਮੈਂ ਤੇ ਇਹੀ ਵੇਖਿਆ ਕਿ ਰਾਜੇ ਭਾਵੇਂ ਕਿੰਨੇ ਲੋਕ ਹੋਣ, ਬੇਅੰਤ ਖਜ਼ਾਨਿਆਂ ਦੇ ਮਾਲਕ ਹੋਣ, ਗੁਰੂ ਮਹਾਰਾਜ ਤੁਹਾਡੇ ਵਰਗਾ ਕੋਈ ਉਦਾਰ ਸਖੀ ਦਾਤਾ ਨਹੀਂ ਹੈ। ਦੋਹਰਾ ਸੁਨ ਮਰਦਾਨਾ ਕਾਨ ਦਾ। ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਭਾਈ ਮਰਦਾਨਾ ਜੀ ਆਪਣਾ ਕੰਨ ਦੇ ਕੇ ਸੁਣ। ਨੀਕ ਵਸਤ ਜਿਹ ਪਾਏ। ਜਦੋਂ ਕੋਈ ਮਨੁੱਖਾ ਚੰਗੀ ਵਸਤੂ ਜਿਹੜਾ ਪਾ ਲੈਂਦਾ ਹੈ ਕੀਮਤ ਤਾਹੇ ਨਾ ਜਾਣਈ। ਉਹ ਮਨੁੱਖ ਜੇ ਚੰਗੀ ਚੀਜ਼ ਪਾ ਲਵੇ ਤੇ ਪਰ ਜੇ ਉਹਦੀ ਕੀਮਤ ਨਾ ਜਾਣਦਾ ਹੋਵੇ ਚੰਗੀ ਚੀਜ਼ ਦੀ, ਰੰਜ ਰਿਦਾ ਹੋਵੇ ਜਾਏ। ਉਸ ਦੇ ਹਿਰਦੇ ਵਿੱਚ ਰੰਜ ਨਾਰਾਜ਼ਗੀ ਜੀ ਹੋ ਹੀ ਜਾਂਦੀ ਹੈ। ਉਹ ਜੇ ਚੀਜ਼ ਚੰਗੀ ਦੇ ਦਈਏ ਤੇ ਅਗਲੇ ਬੰਨੇ ਲੈਣ ਵਾਲਾ ਕੀਮਤ ਨਾ ਜਾਣਦਾ ਹੋਵੇ, ਦੇਣ ਵਾਲੇ ਨੂੰ ਵੀ ਰੰਜ ਆ ਜਾਂਦਾ ਹੈ। ਦੇਣ ਵਾਲੇ ਨੂੰ ਵੀ ਮਨ 'ਚ ਨਾਰਾਜ਼ਗੀ ਜੀ ਆ ਜਾਂਦੀ ਵੀ ਇੰਨੀ ਅਮੋਲਕ ਇਹਨੂੰ ਚੀਜ਼ ਦਿੱਤੀ ਹੈ, ਇਹਨੇ ਕੋਈ ਗੁਣ ਹੀ ਨਹੀਂ ਜਾਣਿਆ ਹੈ। ਤੇ ਜਿਹੜਾ ਜੇ ਲੈਣ ਵਾਲੇ ਨੂੰ ਕੀਮਤ ਨਾ ਪਤਾ ਹੋਵੇ ਤੇ ਉਹ ਵੀ ਕਹਿੰਦਾ ਵੀ ਮੈਨੂੰ ਦਿੱਤਾ ਹੀ ਕੀ ਹੈ, ਮੈਂ ਤਾਂ ਕੀ ਚਾਹੁੰਦਾ ਸੀ, ਮੈਨੂੰ ਦੇ ਕੀ ਦਿੱਤਾ ਹੈ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਵਿੱਚ ਸਨ, ਉੱਥੇ ਉਹਨਾਂ ਦਾ ਸਿੱਖ ਸੀ ਉਜੈਨ ਦਾ ਭਾਈ ਬਿਸ਼ੰਬਰ ਦਾਸ ਬ੍ਰਾਹਮਣ। ਉਹ ਬਿਸ਼ੰਬਰ ਦਾਸ ਤੇ ਗੁਰੂ ਜੀ 'ਤੇ ਬੜੀ ਸ਼ਰਧਾ ਰੱਖਦਾ ਸੀ। ਉਹਨੇ ਆਪਣੇ ਪੁੱਤਰ ਨੂੰ ਇੱਕ ਵਾਰੀ ਭੇਜਿਆ ਵੀ ਗੁਰੂ ਦਾ ਦਰਸ਼ਨ ਕਰ, ਗੁਰੂ ਬੜੇ ਮਹਾਨ ਹੈ ਗੁਰੂ ਗੋਬਿੰਦ ਸਿੰਘ ਜੀ। ਉਹ ਹਰਗੋਪਾਲ ਉਜੈਨੀ ਉਹ ਆ ਗਿਆ ਅਨੰਦਪੁਰ ਸਾਹਿਬ। ਜਦੋਂ ਇੱਥੇ ਪਹੁੰਚਿਆ ਤੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹੈ ਤੇ ਮਹਾਰਾਜ ਜੀ ਨੇ ਇਵੇਂ ਸ਼ਿਕਾਰ ਕਰਕੇ ਆਏ ਸੀ। ਦੋ ਪੰਛੀ ਹੱਥ ਵਿੱਚ ਫੜੇ ਹੋਏ ਸਨ, ਇੱਕ ਬਾਜ ਇੱਕ ਪੰਛੀ। ਭਾਵੇਂ ਦੋਵੇਂ ਪੰਛੀ, ਇੱਕ ਬਾਜ ਸੀ ਤੇ ਇੱਕ ਹੋਰ ਪੰਛੀ ਸੀ। ਤੇ ਮਹਾਰਾਜ ਨੇ ਹੱਥ ਵਿੱਚ ਫੜੇ ਹੋਏ ਸੰਗਤ 'ਚ ਬੈਠੇ ਹਨ ਤੇ ਬਾਜ ਜਿਹੜਾ ਤੋੜ ਤੋੜ ਕੇ ਖਾ ਰਿਹਾ ਪੰਛੀ ਨੂੰ, ਤੇ ਗੁਰੂ ਜੀ ਹੱਸੀ ਜਾ ਰਹੇ ਹਨ। ਇਹ ਹਰਗੋਪਾਲ ਉਜੈਨੀ ਜਿਹੜੇ ਉਦਾਸੀ ਇਕੱਠੇ ਹੋ ਕੇ ਆਏ ਸੀ, ਇਹਨੂੰ ਸ਼ੰਕਾ ਆ ਗਈ, ਵੇਖ ਕੇ ਹੈਰਾਨ ਹੋ ਗਿਆ। ਕਹਿੰਦਾ ਵੀ ਆਹ ਤਾਂ ਚੰਗੀ ਗੱਲ ਬਣੀ ਹੈ। ਪਿਤਾ ਮੇਰੇ ਕਹਿੰਦੇ ਵੀ ਗੁਰੂ ਦਿਆਲੂ ਬੜੇ ਹੈ ਤੇ ਇੱਧਰ ਤੇ ਕੋਈ ਦਇਆ ਹੀ ਨਹੀਂ ਹੈਗੀ, ਕਿਵੇਂ ਉਹ ਪੰਛੀ ਤੋੜ ਰਿਹਾ ਤੇ ਹੱਸ ਰਹੇ ਹਨ। ਰਾਤ ਸੁੱਤਾ ਹੈ, ਬੜੀ ਸ਼ੰਕਾ ਬਣੀ ਹੈ।
ਚੈਨ ਨਹੀਂ ਆਉਂਦਾ ਮਨ ਵਿੱਚ, ਸ਼ਰਧਾ ਨਹੀਂ ਬਣੀ। ਅਗਲੇ ਦਿਨ ਸਤਿਗੁਰ ਜੀ ਨੇ ਦੱਸਿਆ ਵੀ ਹੈ ਵੀ ਭਾਈ ਜਿਹੜਾ ਪੰਛੀ ਸੀ ਇਹ ਚੋਰ ਸੀ, ਇਹ ਜਿਹੜਾ ਆਵਾਜ਼ ਇਹ ਰਾਜਾ ਸੀ। ਅਸੀਂ ਸਤਿਯੁਗ ਵਿੱਚ ਇਹ ਰਾਜਾ ਸਾਡਾ ਬੜਾ ਭਗਤ ਸੀ, ਜਦੋਂ ਅਸੀਂ ਦੁਸ਼ਟ ਦਮਨ ਦੇ ਰੂਪ ਵਿੱਚ ਸਾਂ। ਇਹ ਬੜਾ ਸ਼ਰਧਾ ਸਾਡੇ 'ਤੇ ਰੱਖਦਾ ਸੀ। ਇਹ ਚੋਰ ਨੇ ਚੋਰੀ ਕੀਤੀ, ਰਾਜੇ ਨੇ ਇਹਨੂੰ ਪੁੱਛਿਆ, ਇਹ ਮੁੱਕਰ ਗਿਆ ਹੈ। ਉਹਨੇ ਬਥੇਰਾ ਕਿਹਾ ਇਹਨੂੰ, ਪਰ ਇਹਨੇ ਮੇਰੀ ਸਹੁੰ ਖਾ ਲਈ। ਜਿਹੜਾ ਚੋਰ ਸੀ ਅਤੇ ਰਾਜਾ ਹੁਣ ਮੇਰੇ 'ਤੇ ਭਰੋਸਾ ਬਹੁਤ ਕਰਦਾ ਸੀ ਉਸ ਵਕਤ, ਜਿਹਦੇ ਕਰਕੇ ਰਾਜੇ ਨੇ ਇਹਨੂੰ ਛੱਡ ਦਿੱਤਾ। ਇਹ ਚੋਰੀ ਦਾ ਅੱਜ ਇਹ ਫਲ ਇਹਨੂੰ ਮਿਲ ਰਿਹਾ। ਇਹ ਪੰਛੀ ਹੈ ਅਤੇ ਉੱਧਰ ਜੋ ਰਾਜਾ ਸੀ ਉਹ ਬਾਜ ਬਣਿਆ, ਇਹਨੂੰ ਹੁਣ ਤੋੜ ਲਿਆ, ਉਹ ਖਾ ਰਿਹਾ ਹੈ। ਭਲਾ ਇਹਦੇ ਵਿੱਚ ਇਹ ਹੈ ਕਿ ਇਹਨਾਂ ਦੇ ਜਿਹੜੇ ਜਨਮ ਅਸੀਂ ਕਿੰਨੇ ਹੋਣੇ ਸੀ ਇੱਥੇ ਟਾਲ ਦਿੱਤੇ ਹੈ। ਝੂਠੀ ਸਹੁੰ ਨਹੀਂ ਭਾਈ ਕਦੀ ਖਾਣੀ ਹੈ। ਮਹਾਰਾਜ ਨੇ ਇਹ ਸਾਨੂੰ ਸਿਧਾਂਤ ਦਿੱਤਾ ਉਹ ਪ੍ਰਸੰਗ ਵਿੱਚ। ਜਦੋਂ ਕਥਾ ਅੱਗੇ ਆਵੇਗੀ 10ਵੇਂ ਪਾਤਸ਼ਾਹ ਦੀ, ਉਹਦੇ ਵਿੱਚ ਉਹ ਪ੍ਰਸੰਗ ਆਉਂਦੇ ਹਨ। ਹੁਣ ਗੁਰੂ ਜੀ ਨੇ ਤਾਂ ਇੰਨਾ ਕੁਝ ਦੱਸ ਦਿੱਤਾ। ਹਰ ਗੋਪਾਲ ਉਜੈਨੀ ਦੀ ਸ਼ਰਧਾ ਨਹੀਂ ਬਣੀ ਫਿਰ ਵੀ। ਉਹ ਮਨ 'ਚ ਚੰਚਲ ਹੀ, ਗੁਰੂ ਸਾਹਮਣੇ ਸੁਣ ਕੇ ਤੇ ਮਨ ਸ਼ਾਂਤ ਹੋ ਜਾਂਦਾ। ਜਦੋਂ ਕਮਰੇ 'ਚ ਜਾ ਕੇ ਪਿਆ ਕਰੇ ਤੇ ਫਿਰ ਉਹੀ ਸ਼ੰਕਾ, ਕਹਿੰਦਾ ਵੀ ਗੁਰੂ ਤੇ ਬੜੇ ਨਿਰਦਈ ਹੈ। ਮੇਰੇ ਪਿਤਾ ਨੇ ਮੈਨੂੰ ਕਿੱਥੇ ਘੱਲ ਦਿੱਤਾ, ਮੈਂ ਤੇ ਫਸ ਗਿਆ ਹਾਂ। ਮੈਂ ਤੇ ਗੁਰੂ ਧਾਰਨ ਕਰੋ, ਕੋਈ ਵੈਸ਼ ਨਹੀਂ ਹੁਣ ਜਾ ਕੇ। ਜਿਹੜੇ ਆ ਕੁਝ ਨਾ ਖਾਂਦੇ ਪੀਂਦੇ ਹੋਣ, ਇਹੋ ਜਿਹਾ ਮਾਸ ਦੇ ਵੱਲ ਨਾ ਜਾਂਦੇ ਹੋਣ। ਗੁਰੂ ਜੀ ਨੇ ਤੇ ਸ਼ੰਕਾ ਦੂਰ ਕਰਨ ਵਾਸਤੇ ਨਾ ਵੀ ਹੋਰ ਇਹਨੂੰ ਸਿੱਖਿਆ ਦੇ ਦਈਏ। ਅਗਲੇ ਦਿਨ ਗੁਰੂ ਜੀ ਨੇ ਇੱਕ ਕੌਤਕ ਕੀਤਾ। ਸਿੱਖ ਨੂੰ ਭੇਜਿਆ, ਇਹ ਬੈਠਾ ਹੈ ਸੰਗਤ ਵਿੱਚ। ਗੁਰੂ ਜੀ ਸਿੱਖ ਨੂੰ ਕਹਿੰਦੇ ਭਾਈ ਲੰਗਰ ਹਾਲ 'ਚ ਜਾਓ ਅਤੇ ਉੱਥੇ ਜਾ ਕੇ ਐਵੇਂ ਬੋਤਲਾਂ ਲੈ ਕੇ ਉਹ ਸ਼ਰਾਬ ਦੀਆਂ। ਉਹ ਪ੍ਰਸੰਗ ਇਵੇਂ ਹੀ ਆਉਂਦਾ ਹੈ। ਅਤੇ ਇਹ ਹੈਰਾਨ ਹੋ ਗਿਆ ਸੁਣ ਕੇ। ਗੁਰੂ ਜੀ ਨੇ ਸਿੱਖ ਨੂੰ ਨੇੜੇ ਜੇ ਕਰਕੇ ਕੰਨ ਵਿੱਚ ਕਹਿ ਦਿੱਤਾ ਵੀ ਜਲ ਦੇ ਵਿੱਚ ਰੰਗ ਜਾ ਪਾ ਦਿਓ, ਬਿਲਕੁਲ ਸ਼ਰਾਬ ਵਰਗਾ। ਉਹ ਸਾਹਮਣੇ ਲਿਆ ਕੇ ਸਿੱਖ ਨੇ ਉਸੇ ਤਰ੍ਹਾਂ ਸਮਝ ਕੇ ਕੀਤਾ, ਰੱਖ ਦਿੱਤੀ ਹੈ। ਇਹ ਵੇਖ ਕੇ ਇਹਨੂੰ ਬੜੀ ਬਿਪਤਾ ਪੈ ਗਈ। ਕਹਿੰਦਾ ਵੀ ਇਹ ਤਾਂ ਸਭ ਕੁਝ ਖਾਈ ਪੀ ਜਾਂਦੇ ਹਨ, ਆ ਚੰਗੇ ਗੁਰੂ ਮਿਲੇ ਆ, ਵੈਸ਼ਨੂੰ ਗੁਰੂ ਧਾਰਨ ਕਰਾਂਗਾ। ਫਿਰ ਮਹਾਰਾਜ ਜੀ ਦੇ ਪਾਸ ਆਇਆ ਹੈ। ਗੁਰੂ ਜੀ ਨੇ ਜਦੋਂ ਇਹਦੇ ਅੰਦਰ ਦੀ ਜਾਣੀ ਹੈ ਅਤੇ ਫਿਰ ਇਹ ਹੱਥ 'ਚ ਜੋੜਨ ਲੱਗਾ, ਮਹਾਰਾਜ ਮੈਂ ਤੁਹਾਡਾ ਸਿੱਖ ਹਾਂ, ਮੇਰੀ ਬੇਨਤੀ ਹੈ ਇੱਕ ਤੁਹਾਡੇ ਅੱਗੇ। ਗੁਰੂ ਜੀ ਕਹਿੰਦੇ ਵੀ ਭਾਈ ਤੂੰ ਸਾਡਾ ਕੋਈ ਸਿੱਖ ਨਹੀਂ ਹੈ, ਤੂੰ ਤਾਂ ਜਿਨ੍ਹਾਂ ਦਾ ਸਿੱਖ ਹੈ। ਤੂੰ ਤਾਂ ਕਹਿੰਦਾ ਵੀ ਮੈਂ ਗੁਰੂ ਧਾਰਨ ਕਰਨਾ ਕੋਈ ਵੈਸ਼ਨੂੰ, ਅਤੇ ਮੈਂ ਤਾਂ ਉਹਨੂੰ ਗੁਰੂ ਧਾਰਨ ਕਰਨਾ ਹੈ ਜਿਹੜਾ ਕੋਈ ਲੱਕੜਾਂ ਵੀ ਧੋ ਕੇ ਬਣਾਉਂਦਾ ਹੋਵੇ। ਮਹਾਰਾਜ ਕਹਿੰਦੇ ਸਾਡਾ ਤੂੰ ਸਿੱਖ ਨਹੀਂ ਹੈ ਭਾਈ, ਜਿਹਨੂੰ ਗੁਰੂ ਧਾਰਨ ਕਰਨਾ ਤੂੰ ਉੱਥੇ ਚਲਿਆ ਜਾ। ਇਹਨੇ ਬੜੇ ਹੱਥ ਜੋੜੇ ਹੈ। ਫਿਰ ਗੁਰੂ ਜੀ ਤਰੁੱਠੇ ਹੈ। ਇਹਨੇ 100 ਰੁਪਈਆ ਆਪਣੇ ਵੱਲੋਂ ਮੱਥਾ ਟੇਕਿਆ, 500 ਰੁਪਈਆ ਜਿਹੜਾ ਪਿਤਾ ਨੇ ਦਿੱਤਾ ਸੀ ਉਹ ਟੇਕਿਆ, ਐਵੇਂ 600 ਰੁਪਈਆ ਹੋ ਗਿਆ। ਗੁਰੂ ਜੀ ਕਹਿਣ ਲੱਗੇ ਵੀ ਭਾਈ ਤੈਨੂੰ ਅਸੀਂ ਭਾਵ ਦਾ ਬਚਨ ਦਿੱਤਾ, ਪ੍ਰੇਮ ਦਾ ਬਚਨ, ਕਿਉਂਕਿ ਪ੍ਰੇਮ ਹੀ ਸਭ ਤੋਂ ਵੱਡੀ ਚੀਜ਼ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕ ਤਾਂ ਤੈਨੂੰ ਭਾਵ ਦਾ ਬਚਨ ਦਿੱਤਾ, ਇੱਕ ਗੁਰੂ ਜੀ ਨੇ ਸਰਬਲੋਹ ਦਾ ਕੜਾ ਦੇ ਦਿੱਤਾ ਇਹਨੂੰ। ਇੱਕ ਫਿਰ ਤੁਰਨ ਲੱਗਿਆ, ਮਹੀਨਾ ਇੱਕ ਰਿਹਾ ਸੀ, ਤੁਰਨ ਲੱਗਿਆ ਪ੍ਰਸ਼ਾਦ ਦੇ ਦਿੱਤਾ, ਸੀਤ ਪ੍ਰਸ਼ਾਦ। ਇਹ ਲੈ ਕੇ ਮੱਥਾ ਟੇਕ ਕੇ ਤੁਰ 'ਤੇ ਪਿਆ ਹੈ। ਮਨ 'ਚ ਬੜੀਆਂ ਗਿੱਟੀਆਂ ਗਿਣਦਾ ਹੈ। ਕਹਿੰਦਾ ਵੀ ਆ ਕੀ ਮਿਲੇ ਆ, ਕੀ ਗੁਰੂ ਨੂੰ ਦੇਖਿਆ ਆ ਕੇ ਹੈ। 600 ਰੁਪਈਆ ਵੀ ਦੇ ਦਿੱਤਾ ਹੈ ਅਤੇ ਦਿੱਤਾ ਕੀ ਅੱਗੋਂ ਇੱਕ ਕੜਾ ਫੜਾ ਦਿੱਤਾ ਹੈ। ਇੱਕ ਕਹਿ ਦਿੱਤਾ ਵੀ ਤੁਹਾਨੂੰ ਭਾਵ ਦਾ ਬਚਨ ਦਿੱਤਾ, ਉਹ ਬਚਨ ਨਾਲ ਕੀ ਹੋਣਾ ਹੈ, ਆ ਕੜੇ ਨਾਲ ਕੀ ਹੋਣਾ, ਮੈਨੂੰ ਲੋਹੇ ਦੇ ਕੜੇ ਨਾਲ। ਅਤੇ ਆਹ ਪ੍ਰਸ਼ਾਦ ਜਿਹੜਾ ਦਿੱਤਾ ਇਹਨੂੰ ਤਾਂ ਉਂਝ ਹੀ ਰਾਜ ਜਾਂਦੇ ਕਿਰਮ ਕੁਰਮ ਚੱਲ ਜਾਣੇ ਹੈ। ਇਹੋ ਜਿਹੀ ਸ਼ੰਕਾ ਕਰ ਲਈ। ਪਰ ਮਹਾਰਾਜ ਜੀ ਨੇ ਉਹ 3 ਚੀਜ਼ਾਂ ਜਿਹੜੀਆਂ ਦਿੱਤੀਆਂ ਤਾਂ ਹੈ ਅਮੋਲਕ, ਜਿਹਦਾ ਕੋਈ ਮੁੱਲ ਨਹੀਂ ਹੈ। ਵੀ ਭਾਵ ਦਾ ਬਚਨ ਦਿੱਤਾ, ਤੈਨੂੰ ਪ੍ਰੇਮ ਦੇ ਦਿੱਤਾ ਹੈ ਭਾਈ ਗੁਰੂ ਘਰ ਦਾ, ਇਹ ਤੋਂ ਉੱਚੇ ਦੀ ਕੋਈ ਚੀਜ਼ ਹੈ ਨਹੀਂ ਪ੍ਰੇਮ ਤੋਂ ਵੱਧ। ਉਹ ਜਿਹੜਾ ਕੜਾ ਦਿੱਤਾ ਸੀ ਉਹਦਾ ਮਤਲਬ ਸੀ ਵੀ ਧਾਂ ਦੀ ਹੈ, ਉਹ ਸੋਨਾ ਚਾਂਦੀ ਭਾਵ ਮਾਇਆ ਵੀ ਤੁਹਾਨੂੰ ਦੇ ਦਿੱਤੀ ਹੈ। ਕੜਾ ਪ੍ਰਸ਼ਾਦ ਦੀ ਦੇਗ ਵੀ ਦੇ ਦਿੱਤੀ, ਖਾਣਾ ਪੀਣਾ ਵੀ ਸਭ ਤਰ੍ਹਾਂ ਦਾ। ਪਰ ਉਹਨੂੰ ਸਮਝ ਨਹੀਂ ਆਈ ਗੁਰੂ ਜੀ ਦੀ ਦਾਤਾਂ ਦੀ
ਗਿੱਟੀਆਂ ਗਿੰਦਾ ਜਾਂਦਾ ਹੈ। ਸਾਖੀ ਮੇਰੀ ਇਸ ਸੰਖੇਪ ਵਿੱਚ ਵਪਾਰ ਕਰਦਾ ਕਰਦਾ ਇੱਕ ਸਿੱਖ ਰਾਜ ਚਮਕੌਰ ਸਾਹਿਬ ਦੇ ਲਾਗੇ ਇੱਥੇ ਲੰਘ ਰਿਹਾ ਸੀ, ਮੂੰਹ ਜਿਹਾ ਲਮਕਾ ਕੇ। ਸਿੱਖ ਕਹਿਣ ਲੱਗਾ, ਭਾਈ ਧਿਆਨ ਸਿੰਘ ਉਹਦਾ ਨਾਮ ਸੀ, ਕਹਿੰਦਾ ਵੀ ਕੀ ਹੋਇਆ ਭਾਈ, ਲੱਗਦਾ ਆਨੰਦਪੁਰ ਸਾਹਿਬ ਵੱਲੋਂ ਆ ਰਿਹਾ ਹੈ, ਅਤੇ ਜਿਹੜਾ ਉੱਧਰੋਂ ਆਵੇ ਉਹਦੇ ਆਨੰਦ ਖੁਸ਼ ਹੁੰਦਾ, ਅਤੇ ਤੇਰਾ ਚਿਹਰਾ ਬੜਾ ਉਤਰਿਆ ਹੋਇਆ, ਅਤੇ ਆ ਤੂੰ ਸਾਡੇ ਘਰ ਸ਼ਾਮ ਦਾ ਵੇਲਾ, ਤੂੰ ਪ੍ਰਸ਼ਾਦਾ ਵੀ ਛਕ, ਅਤੇ ਪ੍ਰਸ਼ਾਦਾ ਛਕ ਕੇ ਆਰਾਮ ਕਰਤੇ ਬਾਅਦ ਚਲਿਆ ਜਾਈ। ਪਹਿਲਾਂ ਤਾਂ ਤੁਰੇ ਨਾ, ਫਿਰ ਤੁਰ ਪਿਆ। ਕਹਿੰਦਾ ਵੀ ਘਰ ਜਾ ਕੇ ਸਾਰੀ ਗੱਲ ਦੱਸਦਾ। ਭਾਈ ਧਿਆਨ ਸਿੰਘ ਜੀ ਨੇ ਕਿਹਾ ਵੀ ਦੱਸੋ ਕੀ ਗੱਲ ਹੋਈ ਹੈ। ਕਹਿੰਦਾ ਦੱਸਣਾ ਕੀ ਹੈ, ਇੰਨੀ ਦੂਰੋਂ ਪੈਂਡਾ ਤੈਅ ਕਰਕੇ ਵੇਖ ਲਓ, ਕਿੱਥੇ ਉਜੈਨ ਮੱਧ ਪ੍ਰਦੇਸ਼ ਵਿੱਚ ਚੱਲਦੇ ਆਏ ਹਾਂ, ਅਤੇ ਇੱਧਰ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਮਹਿਮਾ ਸੁਣੀ ਸੀ ਪਿਤਾ ਜੀ ਪਾਸੋਂ। ਆ 600 ਰੁਪਈਆ ਮੱਥਾ ਟੇਕਾ ਦਿੱਤਾ, ਵੇਖ ਲਓ ਕੀ ਜੀ। ਇੱਕ ਆ ਥੋੜ੍ਹਾ ਜਿਹਾ ਪ੍ਰਸ਼ਾਦ ਪੱਲੇ ਬੰਨ੍ਹ ਦਿੱਤਾ ਹੈ, ਇੱਕ ਕੜਾ ਦੇ ਦਿੱਤਾ ਹੈ, ਇੱਕ ਕਹਿ ਦਿੱਤਾ ਵੀ ਤੁਹਾਨੂੰ ਭਾਉ ਦਾ ਬਚਨ ਦਿੱਤਾ ਗੁਰੂ ਘਰ ਵੱਲੋਂ, ਵੀ ਉਹਦਾ ਮੈਂ ਦੱਸੋ ਕੀ ਕਰੂੰਗਾ। ਇਹੋ 600 ਰੁਪਈਆ ਜੇ ਮੈਂ ਸਾਂਭਦਾ ਤਾਂ ਮੈਂ ਕਈ ਵਪਾਰ ਕਰ ਲੈਣੇ ਸੀ, ਕਿੰਨੇ ਪੈਸੇ ਮੈਂ ਕਮਾ ਲੈਣੇ ਸੀ। ਇਹ ਤਾਂ ਐਵੇਂ ਧੋਖਾ ਧੜੀ ਜੀ ਹੋ ਗਈ ਹੈ। ਉਹ ਸਿੱਖ ਭਾਈ ਧਿਆਨ ਸਿੰਘ ਗੁਰੂ ਜੀ ਦਾ ਬੜਾ ਪ੍ਰੇਮੀ ਸੀ। ਕਹਿੰਦਾ ਭਾਈ ਤੂੰ ਇੱਦਾਂ ਨਾ ਕਹਿ, ਜੇ ਤੇਰੇ ਗੁਰੂ 'ਤੇ ਜੇ ਤੈਨੂੰ ਭਰੋਸਾ ਤੇ ਫਿਰ ਤਾਂ ਤੂੰ ਇਹ 3 ਚੀਜ਼ਾਂ ਲੈ ਜਾ। ਜੇ ਤੈਨੂੰ ਗੁਰੂ 'ਤੇ ਨਹੀਂ ਭਰੋਸਾ ਤਾਂ ਤੂੰ ਐਵੇਂ ਨਾ ਕਹਿ, ਇਹ ਤੂੰ ਮੇਰੇ ਕੋਲ ਮਾਇਆ ਲੈ ਲਾ 1900 ਰੁਪਈਆ, ਅਤੇ ਤੂੰ ਮੈਨੂੰ ਇਹ 3 ਚੀਜ਼ਾਂ ਹੀ ਵਾਪਸ ਦੇ ਦੇ, ਗੁਰੂ ਦੀਆਂ ਚੀਜ਼ਾਂ ਬਖਸ਼ੀਆਂ ਮੈਨੂੰ ਦੇ ਦੇ। ਇਹ ਬੜਾ ਖੁਸ਼ ਹੋਇਆ। ਸਿੱਖ ਨੇ ਕਹਿ ਤਾ ਵੀ ਨਾਲ ਵਿਆਜ ਵੀ ਲੈ ਲਾ ਭਾਈ ਤੂੰ, ਇਹ ਤਾਂ ਅੱਡੀਆਂ ਮਾਰੇ ਹੁਣ ਵੀ ਚਲੋ ਮੇਰਾ 600 ਰੁਪਇਆ ਮੁੜ ਆਉਣਾ ਹੈ। ਅਤੇ 600 ਦਿਨ ਚੜ੍ਹਿਆ ਅਗਲਾ, ਤਿਆਰੀ ਕੀਤੀ ਹੈ। ਭਾਈ ਸਾਹਿਬ ਜੀ ਨੇ ਇਹਨੂੰ 600 ਰੁਪਈਆ ਥੋੜ੍ਹੇ ਪੈਸੇ ਹੋਰ ਦਿੱਤੇ, ਉਹ ਯਾਦ ਨਹੀਂ, ਇਤਿਹਾਸ ਵਿੱਚ ਲਿਖੇ ਹੋਏ ਹੈ। 5 ਰੁਪਏ ਜਾਂ 20 ਰੁਪਏ ਦੇ ਕਰੀਬ ਦਿੱਤੇ ਸਨ। ਉਹ ਪੈਸੇ ਦੇ ਦਿੱਤੇ। ਇਹ ਤਾਂ ਬੜਾ ਖੁਸ਼ ਹੋਇਆ ਵੀ ਆਹ ਦੇ ਨਫਾ ਹੋਰ ਉੱਤੋਂ ਵੱਧ ਮਿਲ ਗਿਆ ਹੈ, ਮੇਰਾ ਤਾਂ ਆਉਣਾ ਜਾਣਾ ਸਫਲ ਹੀ ਹੋ ਗਿਆ ਹੈ। ਮੈਂ ਕੀ ਕਰਨਾ ਸੀ, ਉਹ ਕੜਾ ਪ੍ਰਸ਼ਾਦ ਤਾਂ ਇਹਨੇ ਕੋਲ ਹੀ ਰੱਖਿਆ, ਕੜਾ ਵੀ ਦੇ ਦਿੱਤਾ ਅਤੇ ਬਚਨ ਵੀ ਭਾਵ ਦਾ ਦੇ ਦਿੱਤਾ। ਪ੍ਰਸ਼ਾਦ ਜਿਹੜਾ ਉਹ ਕੋਲ ਹੀ ਬੰਨਿਆ ਹੈ। ਕਹਿੰਦਾ ਵੀ ਆ ਚੰਗਾ ਹੀ ਨਫਾ ਹੋ ਗਿਆ। ਚੱਲਦਾ ਚਲਾਉਂਦਾ ਦਿੱਲੀ ਗਿਆ ਹੈ, ਦਿੱਲੀ 'ਤੇ ਵਪਾਰ ਕੀਤਾ, ਇਹਨੇ ਕਿੰਨੇ ਪੈਸੇ ਬਣਾ ਲਏ। ਜਾਂਦਿਆਂ ਜਾਂਦਿਆਂ ਤੱਕ ਇਹਨੇ ਕਿੰਨੀ ਮਾਇਆ ਕਰ ਲਈ, 3-4 ਹਜ਼ਾਰ ਤੋਂ ਵੀ ਉੱਪਰ। ਘਰ ਜਦੋਂ ਵਾਪਸ ਗਿਆ ਹੈ, ਪਿਤਾ ਬਿਸ਼ੰਬਰ ਦਾਸ ਜੀ ਬੜੇ ਖੁਸ਼ ਹੋ ਕੇ ਮਿਲੇ ਵੀ ਗੁਰੂ ਜੀ ਨੂੰ ਮਿਲ ਕੇ ਆਇਆ ਮੇਰਾ ਪੁੱਤਰ, ਮਿਲੇ ਜੁਲੇ ਆ। ਇੱਧਰ ਇਹਦੇ ਅੰਦਰ ਹੰਕਾਰ ਚੜ੍ਹਿਆ ਮਾਇਆ ਦਾ। ਪਿਤਾ ਜੀ ਅੱਗੇ ਮਾਇਆ ਖੋਲ੍ਹ ਕੇ ਰੱਖ ਦਿੱਤੀ ਹੈ। ਪਿਤਾ ਬਿਸ਼ੰਬਰ ਦਾਸ ਜੀ ਕਹਿੰਦੇ ਵੀ ਹਰ ਗੋਪਾਲ ਪੁੱਤਰ ਗੁਰੂ ਸਾਹਿਬ ਜੀ ਨੂੰ ਦਰਸ਼ਨ ਕੀਤੇ, ਮਿਲਿਆ ਹੈ, ਮਾਇਆ ਭੇਟ ਕਰ ਦਿੱਤੀ ਹੈ। ਕਹਿੰਦਾ ਵੀ ਹਾਂ ਸਭ ਕੁਝ ਕੀਤਾ ਸੀ, ਉਹ ਗੁਰੂ ਤਾਂ ਇਹੋ ਜਿਹੇ ਕੜਕ ਜਿਹੇ ਹੀ ਹੈ, ਕੀ ਦੱਸੀਏ। ਬਾਜ ਕੋ ਪੰਛੀ ਨੂੰ ਮਰਵਾ ਰਹੇ ਸਨ, ਖਾਈ ਪੀ ਵੀ ਜਾਂਦੇ ਹਨ ਸਭ ਕੁਝ। ਐਵੇਂ ਤੁਰ ਲੱਗਿਆ ਮੈਨੂੰ ਕੜਾ ਦੇ ਦਿੱਤਾ ਸੀ ਅਤੇ ਬਚਨ ਜਿਹਾ ਕਹਿ ਦਿੱਤਾ ਸੀ, ਭਾਉ ਦਾ ਬਚਨ ਦਿੱਤਾ, ਉਹਦਾ ਹੀ ਕੀ ਕਰਨਾ। ਆ ਰਸਤੇ ਵਿੱਚ ਇੱਕ ਸਿੱਖ ਮਿਲਿਆ ਮੈਨੂੰ, 600 ਰੁਪਈਆ ਦੇ ਹੋਰ ਵੱਧ ਪੈਸੇ ਲੈ ਕੇ, ਮੈਂ ਤਾਂ ਚੰਗਾ ਪਿਤਾ ਜੀ ਵਪਾਰ ਕੀਤਾ, ਮਾਇਆ ਦੇ ਸਾਡੇ ਕੰਮ ਆਊ, ਅਤੇ ਉਹ ਬਚਨ ਅਤੇ ਕੜਾ ਹੀ ਕੀ ਕਰਨਾ ਹੈ। ਜਿਹਦੇ ਘਰ ਮਾਇਆ ਹੈ ਉਹਨੂੰ ਸਾਰੇ ਪੁੱਛਦੇ ਹੈ। ਪਿਤਾ ਬਿਸ਼ੰਬਰ ਦਾਸ ਜੀ ਸੁਣ ਕੇ ਮਾਤਾ ਜੀ ਦੋਵੇਂ ਰੋਣ ਲੱਗ ਪਏ। ਕਹਿੰਦੇ ਪੁੱਤਰਾ, ਗੁਰੂ ਦੀ ਦਿੱਤੀ ਹੋਈ ਚੀਜ਼ ਹੀ ਤੂੰ ਛੱਡ ਆਇਆ ਹੈ, ਤੂੰ ਦੇ ਲਿਆਂਦਾ ਨਹੀਂ ਕੋਈ, ਤੂੰ ਦੇ ਸਾਰਾ ਕੁਝ ਗਵਾ ਕੇ ਆ ਗਿਆ ਹੈ। ਇਹ ਪੈਸੇ ਅਸੀਂ ਕਿਸੇ ਕੰਮ ਸਾਡੇ, ਇਹ ਕੀ ਕਰਨੇ ਅਸਾਂ ਨੇ, ਗੁਰੂ ਦੀ ਦਿੱਤੀ ਹੋਈ ਦਾਤ ਨੂੰ ਪਛਾਣ ਨਹੀਂ ਸਕਿਆ। ਬੜਾ ਉਹ ਵਿਰਲਾਪ ਜਿਹਾ ਕੀਤਾ ਹੈ, ਉਸ ਵਕਤ ਵਿਰਾਗ ਕੀਤਾ ਹੈ। ਫਿਰ ਬਿਸ਼ੰਬਰ ਦਾਸ ਹੋਣਾ ਨੇ ਆ ਕੇ ਸਤਿਗੁਰੂ ਜੀ ਦੇ ਚਰਨੀ ਪਏ ਸਨ। ਉਹ ਸਭ ਤਰ੍ਹਾਂ ਨਾਲ ਫਿਰ ਬਖਸ਼ਿਸ਼ਾਂ ਭਾਈ ਧਿਆਨ ਸਿੰਘ ਨੂੰ ਬੁਲਾਇਆ। ਉਹਨਾਂ ਦੱਸਿਆ ਵੀ ਮਹਾਰਾਜ ਮੇਰੇ 'ਤੇ ਤਾਂ ਬੜੀ ਕਿਰਪਾ ਹੋ ਗਈ, ਜਿੱਦਾਂ ਦਾ ਤੁਹਾਡਾ ਬਚਨ ਮੁੱਲ ਲੈ ਲਿਆ ਹੈ, ਮੈਂ ਤਾਂ ਮਾਇਆ ਮਾਲਾ ਮਾਲ ਹੋ ਗਿਆ, ਚੰਗੇ ਮਕਾਨ ਬਣਾ ਲਏ, ਜਾਇਦਾਦ ਵਧਾ ਲਈ ਹੈ। ਗੁਰੂ ਜੀ ਨੇ ਫਿਰ ਸਾਰਾ ਬਿਸ਼ੰਬਰ ਦਾਸ ਜੀ ਨੂੰ ਜਣਾਇਆ। ਬਿਸ਼ੰਬਰ ਦਾਸ ਸਤਿਗੁਰੂ ਜੀ ਦੇ ਚਰਨਾਂ 'ਤੇ ਡਿੱਗੇ। ਇਹ ਜਿਹੜਾ ਹਰਗੋਪਾਲ ਜਿਹੜਾ ਕਹਿੰਦਾ ਸੀ ਨਾ ਚੰਗਾ ਵਪਾਰ ਕਰਨਾ, ਪੈਸੇ ਕਮਾ ਕੇ ਜਿਹੜਾ ਖੜੇ ਨੇ ਤੁਰਦਿਆਂ ਜਾਂਦਿਆਂ ਵਾਪਸ, ਇਹ ਚੰਗਾ ਹੀ ਕੰਗਾਲ ਹੋ ਗਿਆ ਸੀ। ਫਿਰ ਇੱਥੇ ਗੁਰੂ ਨਾਨਕ ਸਾਹਿਬ ਜੀ
ਉਹੀ ਬਚਨ ਦੀ ਦੁਹਰਾ ਰਹੇ ਹੈ। ਉਹਦੇ 10ਵੇਂ ਪਾਤਸ਼ਾਹ ਦਾ ਪ੍ਰਸੰਗ ਇੱਥੇ ਉਹੀ ਬਚਨ ਦਾ ਮੰਨ ਲਓ ਲੱਥਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਮਰਦਾਨਾ ਜੀ, ਜੇ ਕੋਈ ਮਨੁੱਖ ਪਾ ਲਵੇ ਨਾ ਚੰਗੀ ਵਸਤੂ ਜਾਂ ਉਹਨੂੰ ਦੇ ਦਈਏ ਚੰਗੀ ਵਸਤੂ, ਤੇ ਉਹ ਮਨੁੱਖ ਅਗਲਾ ਉਹਦੀ ਕੀਮਤ ਨਾ ਜਾਣਦਾ ਹੋਵੇ, ਉਹਨੂੰ ਬੜਾ ਦੁੱਖ ਹੁੰਦਾ, ਸੋਚਦਾ ਮੈਨੂੰ ਦਿੱਤਾ ਇਹ ਕੀ ਹੈ। ਜਿਵੇਂ ਹਰਗੋਪਾਲ ਜਾਨੀ ਕਹਿੰਦਾ ਦਾ ਕੜਾ ਮੈਂ ਕੀ ਕਰਨਾ ਹੈ, ਇਹਦੇ ਨਾਲ ਮੇਰਾ ਕੀ ਹੋਣਾ ਹੈ, ਪ੍ਰਸ਼ਾਦ ਨਾਲ ਮੇਰਾ ਕੀ ਹੋਣਾ ਹੈ, ਆ ਬਚਨ ਨਾਲ ਕੀ ਹੋ ਜਾਣਾ ਹੈ। ਉਹਨੂੰ ਰੰਜਿਸ਼ ਹੁੰਦੀ, ਦੁੱਖ ਹੋ ਜਾਂਦਾ ਹੈ। ਹੁਣ ਸਾਨੂੰ ਕੋਈ ਇੱਥੇ ਕਹਿ ਦੇ ਸਤਿਗੁਰੂ ਮਹਾਰਾਜ ਭਾਈ ਤੁਹਾਨੂੰ ਸਿੱਖੀ ਦਿੱਤੀ, ਅਤੇ ਸਾਨੂੰ ਤਾਂ ਉੱਥੇ ਮੌਤ ਪੈ ਜਾਣੀ ਵੀ ਸਿੱਖੀ ਹੈਗੀ ਕਰਨੀ ਹੈ। ਲੋਕ ਤਾਂ ਗੱਡੀਆਂ 'ਚ ਘੁੰਮ ਰਹੇ ਆ, ਲੋਕਾਂ ਦੇ ਮਕਾਨ ਚੰਗੇ ਬਣੇ ਅਤੇ ਅਸੀਂ ਭੁੱਖੇ ਮਰੀਏ ਸਿੱਖੀ ਲੈ ਕੇ। ਸਾਨੂੰ ਸਿੱਖੀ ਦੁੱਖ ਦੇਣੀ ਹੈ। ਸਿੱਖੀ ਦੇ ਨਾਲ ਹੁਣ ਰਸਤਾ ਬੜਾ ਕਠਿਨ ਹੈ, ਵਾਲ ਹੋ ਖੰਨਿਓ ਤਿੱਖੀ ਵਾਲ ਹੋ ਨਿੱਕੀ, ਅਤੇ ਸਾਨੂੰ ਦੁੱਖਦਾਈ ਹੋਣੀ ਵੀ ਸਿੱਖੀ ਅਸੀਂ ਕੀ ਕਰਨੀ ਹੈ ਜੇ ਘਰ ਵਿੱਚ ਖਾਣ ਪੀਣ ਨੂੰ ਚੰਗਾ ਨਹੀਂ ਹੈ। ਇਹਦੇ ਜਿਹੜਾ ਕੀਮਤ ਜਾਣਦਾ ਹੈ ਉਹੀਓ ਜਾਣਦਾ ਹੈ। ਭਾਈ ਤਾਰੂ ਸਿੰਘ ਜੀ ਵਰਗੇ ਜਿਨ੍ਹਾਂ ਨੇ ਉਹ ਨਵਾਬ ਨੂੰ ਵੀ ਕਹਿ ਦਿੱਤਾ ਵੀ ਕੱਚ ਦਾ ਵਪਾਰ ਨਹੀਂ ਕਰਦੇ, ਅਸੀਂ ਹੀਰਿਆਂ ਦੇ ਵਪਾਰੀ ਹਾਂ। ਸਿੱਖੀ ਅਸੀਂ ਹੀਰਾ ਲੱਭੀ ਹੈ, ਉਹ ਨਹੀਂ ਛੱਡ ਸਕਦੇ। ਹੇ ਭਾਈ ਮਰਦਾਨਾ ਜੀ, ਉਹਨਾਂ ਨੂੰ ਰੰਜਿਸ਼ ਹੋ ਜਾਂਦੀ ਹੈ ਜੋ ਚੰਗੀ ਵਸਤੂ ਦੀ ਕੀਮਤ ਨਾ ਜਾਣਦੇ ਹੋਣ। ਚੌਪਈ ਕਰੋ ਲਾਲਸਾ ਦਰਦ ਦਕੂਲਾ। ਕਿਉਂਕਿ ਜਿਹੜੇ ਤੁਹਾਡੀ ਜਾਤ ਦੇ ਹੈ ਭਾਈ ਮਰਦਾਨਾ ਜੀ, ਉਹਦੇ ਕੱਪੜੇ ਤੇ ਗਹਿਣੇ ਆਦਿਕ ਪੈਸੇ ਇਹੋ ਹੀ ਇਹਦੀ ਇੱਛਾ ਜੀ ਕਰਦੇ ਆ ਵੀ ਸਾਨੂੰ ਚੰਗਾ ਕੱਪੜਾ ਮਿਲ ਜਾਵੇ ਲੋਈ ਲੋਈ, ਤੇ ਜਾਂ ਪੈਸੇ ਚਾਰ ਮਿਲ ਜਾਣ। ਨਹਿ ਜਾਨਹੁ ਆਗੇ ਕਿਆ ਸੂਲਾ। ਪਰ ਅੱਗੇ ਨਹੀਂ ਇਹ ਜੀਵ ਮਨੁੱਖ ਜਾਣਦਾ ਵੀ ਕੀ ਦੁੱਖ ਹੋਊਗਾ। ਇਕੱਲਾ ਲੈ ਕੇ ਖਾ ਲਿਆ ਹੰਢਾ ਲਿਆ, ਉਹਦੇ ਨਾਲ ਤੇ ਅਗਲੇ ਬੰਨੇ ਬੜਾ ਦੁੱਖ ਹੋਣਾ ਰੱਬ ਦੇ ਘਰ। ਜਾਤ ਮਰਾਸੀ ਜਾਚਨ ਦਰਬਾਰ। ਕਿਉਂਕਿ ਜਿਹੜੇ ਡੂਮਾ ਮਰਾਸੀਆਂ ਦੀ ਜਾਤ ਹੈ ਉਹ ਤੇ ਇਕੱਲਾ ਪੈਸਾ ਹੀ ਮੰਗਣਾ ਜਾਣਦੇ ਵੀ ਪੈਸੇ ਨਾਲ ਹੀ ਸਭ ਕੁਝ ਹੋ ਜਾਣਾ ਹੈ ਲੱਗਦਾ। ਪਹਿਰਨ ਖਾਨਾ ਲਖੋ ਸੁਖ ਸਰਬਾ। ਚੰਗੇ ਕੱਪੜੇ ਮਿਲ ਜਾਣ ਪਾ ਲਈਏ, ਤੇ ਖਾਣਾ ਪੀਣਾ ਚੰਗਾ ਮਿਲ ਜਾਵੇ ਖਾ ਲਈਏ, ਇਹਦੇ ਵਿੱਚ ਹੀ ਸਾਰਾ ਸੁੱਖ ਜਾਣਦੇ ਹਨ। ਮਨ ਗੁਣ ਕੀ ਭਲਹਿ ਮਰਦਾਨਾ। ਭਾਈ ਮਰਦਾਨਾ ਜੀ ਜਿਨ੍ਹਾਂ ਦੇ ਚੰਗੇ ਭਾਗ ਪੂਰਬਲੇ ਜਗੇ ਆ, ਮਨ ਵਿੱਚ ਵਿਚਾਰ ਕੀਤੀ ਤੇ ਗੱਲ ਕਹੀ ਆਪਣੇ ਵੱਲੋਂ। ਸੋ ਦੀਜਾ ਜੋ ਨੀਕੋ ਜਾਨਾ। ਮਹਾਰਾਜ ਚਲੋ ਜੇ ਅਸੀਂ ਅਣਜਾਣ ਆ ਤੇ ਜੋ ਤੁਸੀਂ ਚੰਗਾ ਜਾਣਦੇ ਹੋ ਉਹ ਦੇ ਦਿਓ ਜੀ। ਜੋ ਮੁਝ ਭਲਾ ਹੋਏ ਸੁਖ ਪੁੰਜਾ। ਜਿਹਦੇ ਨਾਲ ਮੇਰਾ ਭਲਾ ਵੀ ਹੋ ਜਾਵੇ, ਸਾਰੇ ਸੁੱਖ ਵੀ ਮੈਨੂੰ ਪ੍ਰਾਪਤ ਹੋ ਜਾਣ। ਸਾਰੇ ਸੁੱਖਾਂ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ। ਸੋ ਦੇਵੋ ਕਿਉ ਹੋਵਹੁ ਰੰਜਾ। ਤੁਸੀਂ ਮਹਾਰਾਜ ਮੈਨੂੰ ਚੀਜ਼ ਹੀ ਉਹ ਦਿਓ, ਉਹ ਵਸਤੂ ਉਹ ਦਿਓ ਜਿਹਦੇ ਨਾਲ ਮੇਰਾ ਭਲਾ ਹੋ ਜਾਵੇ, ਸਾਰੇ ਸੁੱਖ ਪ੍ਰਾਪਤ ਹੋ ਜਾਣ। ਤੇ ਮੈਨੂੰ ਮਹਾਰਾਜ ਫਿਰ ਕਿਉਂ ਰੰਜਿਸ਼ ਹੋ, ਕਿਉਂ ਨਾਰਾਜ਼ਗੀ ਹੋਊ, ਦੁੱਖ ਹੋਊਗਾ। ਬੋਲੇ ਕਮਲ ਨੈਣ ਤੁਝ ਦੀਨੋ। ਕਮਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਜੀ ਬੋਲੇ ਆ, ਲੈ ਭਾਈ ਮਰਦਾਨਾ ਤੈਨੂੰ ਆ ਦੇ ਦਿੱਤਾ ਹੈ। ਬਾਦਿਤ ਤੰਤ ਬਜਾਵਨ ਚੀਨੋ। ਜਿਹੜਾ ਤੰਤੀ ਸਾਜ ਰਬਾਬ ਹੈ ਨਾ, ਉਹ ਬਿਨਾਂ ਸਿੱਖੇ ਤੋਂ ਤੁਸੀਂ ਵਜਾਓਗੇ, ਉਹ ਸਮਝ ਲਓ ਤੁਸਾਂ ਨੇ ਸਿੱਖ ਹੀ ਲਿਆ ਜੇ ਸਾਡੇ ਬਚਨ ਨਾਲ। ਇਵੇਂ ਭਾਈ ਮਰਦਾਨਾ ਜੀ ਜਾਣ। ਯਾ ਗੁਣ ਤੇ ਮਨ ਹਰ ਕਰ ਸ਼ੋਕੂ। ਇਸ ਗੁਣ ਨਾਲ ਤੂੰ ਆਪਣੇ ਮਨ ਦੇ ਜਿਹੜੇ ਗਮ ਫਿਕਰ ਉਹ ਸਾਰੇ ਨਾਸ ਕਰ ਲਵੇਂਗਾ। ਜਿਹੜੇ ਸੁਣਨਗੇ ਉਹਨਾਂ ਦੇ ਵੀ ਨਾਸ ਹੋ ਜਾਣਗੇ ਸਾਰੇ ਗਮ। ਬੰਧਨ ਤਜ ਹੋਵੈ ਸੁਖ ਦੁਵੈ ਲੋਕੂ। ਆਪਣੇ ਮੋਹ ਮਮਤਾ ਦੇ ਜਿਹੜੇ ਬੰਧਨ ਜਿਨ੍ਹਾਂ ਨੇ ਬੰਦੇ ਨੂੰ ਸੰਗਲਾਂ ਵਾਂਗ ਜਕੜਿਆ ਹੋਇਆ ਉਹ ਵੀ ਛੱਡ ਲਏਗਾ। ਦੋਵੇਂ ਲੋਕਾਂ ਵਿੱਚ ਹੀ ਭਾਈ ਮਰਦਾਨਾ ਤੈਨੂੰ ਸੁੱਖ ਹੋਊਗਾ। ਹਰ ਗੁਣ ਗਾਵਨ ਕੇ ਰਸ ਮਾਹੀ। ਕਿਉਂਕਿ ਜਿਹੜੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਦੇ ਵਿੱਚ, ਉਹਦੇ ਰਸ ਵਿੱਚ ਜਿਹੜੇ ਲੀਨ ਹਨ ਭਾਈ। ਖਰਚੈ ਮਨ ਅਵਗੁਣ ਮਿਟ ਜਾਹੀ। ਪਰਚੈ ਮਨ, ਉਹ ਉਹਨਾਂ ਦਾ ਮਨ ਪਰਚ ਜਾਂਦਾ ਹੈ
ਲੱਗ ਜਾਂਦਾ ਹਰੀ ਪਰਮੇਸ਼ਰ ਦੇ ਗੁਣਾਂ ਦੇ ਰਸ ਵਿੱਚ, ਜਿਸ ਕਰਕੇ ਉਹਨਾਂ ਦੇ ਗੁਣਾਂ ਔਗੁਣ ਸਾਰੇ ਮਿਟ ਜਾਂਦੇ ਹਨ। ਅਸ ਗੁਣ ਸੋ ਅਬਲਾਖਾ ਮੇਰੀ, ਐਸਾ ਗੁਣ ਤੁਹਾਨੂੰ ਭਾਈ ਮਰਦਾਨਾ ਜੀ ਬਖਸ਼ ਦਈਏ, ਐਸੀ ਸਾਡੀ ਇੱਛਾ ਹੈ। ਰਹਿ ਸੰਗ ਜੇ ਹੁਵੈ ਗਤ ਤੇਰੀ, ਇਹੋ ਜਿਹਾ ਗੁਣ ਜੇ ਤੇਰੇ ਨਾਲ ਰਹੇਗਾ ਭਾਈ ਮਰਦਾਨਾ ਜੀ, ਤੇਰੀ ਮੁਕਤੀ ਹੋ ਜਾਵੇਗੀ। ਇਸੇ ਤਰ੍ਹਾਂ ਜੇ ਤੂੰ ਸਾਡੇ ਨਾਲ ਰਹੇਗਾ ਭਾਈ ਮਰਦਾਨਾ, ਤੇਰੀ ਮੁਕਤੀ ਹੋ ਜੂ ਕਲਿਆਣ। ਇਉ ਸੁਨ ਹਰਖ ਉਠਿਓ ਮਰਦਾਨਾ, ਇਉਂ ਸੁਣ ਕੇ ਭਾਈ ਮਰਦਾਨਾ ਜੀ ਬੜਾ ਖੁਸ਼ ਹੋਏ ਐ। ਉਚਰਿਓ ਸ਼੍ਰੀ ਨਾਨਕ ਕਲਿਆਣਾ, ਇਉਂ ਸੁਣ ਕੇ ਭਾਈ ਮਰਦਾਨਾ ਜੀ ਖੁਸ਼ ਹੋਏ ਤੇ ਉੱਠੇ ਆ। ਉੱਠ ਕੇ ਉਸੇ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਕਲਿਆਣ ਦੇ ਦਾਤੇ, ਮੁਕਤੀ ਦੇ ਦਾਤੇ ਆ, ਉਹਨਾਂ ਦੀ ਬੰਸਾਵਲੀ ਗਾਉਣ ਲੱਗੇ ਹਨ। ਪਿਤਾ ਪਿਤਾ ਮੈਂ ਪਰ ਪੁਨ ਪਰ ਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੋ ਜਿਹੇ ਤੁਸੀਂ ਹੈ ਨਾ, ਇਹੋ ਜਿਹੇ ਤੁਹਾਡੇ ਪਿਤਾ ਦੇ ਗਾਂ ਪਿਤਾ ਦਾਦਾ ਸ਼ਿਵ ਰਾਮ ਜੀ, ਉਹਨਾਂ ਦੇ ਪਿਤਾ ਗਾਂ ਤੁਹਾਡੇ ਜਿਹੜੇ ਪੜਦਾਦੇ ਗਾਂ ਉਹਨਾਂ ਦੇ ਪੜਦਾਦੇ, ਸਾਰੇ ਇੱਕੋ ਜਿਹੇ ਹੋ ਤੁਸੀਂ। ਵਰਨਨ ਨਾਮ ਕਰੇ ਜਗ ਗੁਰ ਕੇ, ਮਹਾਰਾਜ ਤੁਸੀਂ ਸਾਰੇ ਮਹਾਨ ਹੋ। ਜਗਤ ਦੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਿਹੜੇ ਦਾਦੇ ਪੜਦਾਦੇ ਲੱਕੜ ਦਾਦੇ ਅੱਗੇ ਤੋਂ ਅੱਗੇ ਸਾਰਿਆਂ ਦੇ ਨਾਮ ਵਰਣਨ ਕਰ ਦਿੱਤੇ ਭਾਈ ਮਰਦਾਨਾ ਜੀ ਨੇ। ਸ਼ੁਭ ਗੁਣ ਸੰਗ ਕੀਨ ਪ੍ਰਸ਼ੰਸਾ, ਚੰਗੇ ਗੁਣਾਂ ਦੇ ਨਾਲ ਸਤਿਗੁਰ ਜੀ ਦੀ ਬੰਸਾਵਲੀ ਗਾ ਕੇ, ਦਾਦੇ ਪੜਦਾਦਿਆਂ ਦੀ ਅੱਗੇ ਤੋਂ ਅੱਗੇ ਮਹਿਮਾ ਗਾ ਕੇ ਪ੍ਰਸ਼ੰਸਾ ਕੀਤੀ ਵਡਿਆਈ। ਨਿਪਜਿਓ ਬੇਦੀ ਕੁਲ ਅਵਤੰਸਾ, ਬਾਅਦ ਵਿੱਚ ਕਿਹਾ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਬੇਦੀਆਂ ਦੀ ਕੁਲ ਵਿੱਚ ਤੁਸੀਂ ਤਾਂ ਸੂਰਜ ਹੀ ਪੈਦਾ ਹੋਏ ਹੋ। ਦੀਪਕ ਕਾਲੂ ਸਦਨ ਸਪੂਤਾ, ਪਿਤਾ ਕਲਿਆਣ ਚੰਦ ਦੇ ਘਰ ਵਿੱਚ ਤੁਸੀਂ ਸਪੁੱਤਰ ਮਹਾਨ ਦੀਵੇ ਵਾਂਗ ਹੀ ਪ੍ਰਕਾਸ਼ ਵਾਲੇ ਹੋ ਰਹੇ ਹੋ। ਦੇਖ ਉਦਾਰ ਲੱਜਤ ਪੁਰਹੁਤਾ, ਤੁਹਾਡੇ ਸਖੀ ਪੁਣੇ ਨੂੰ ਦੇ ਕੇ, ਖੁੱਲ ਦਿਲੀ ਨੂੰ ਵੇਖ ਕੇ ਮਹਾਰਾਜ ਜਿਹੜਾ ਇੰਦਰ ਦੇਵਤਾ ਉਹ ਵੀ ਸ਼ਰਮਸ਼ਾਰ ਹੋ ਰਿਹਾ ਵੀ ਮੈਂ ਵੀ ਨਹੀਂ ਇੰਨਾ ਦਾਨ ਕਰ ਸਕਦਾ। ਤੇ ਸ਼ੇਨਾ ਪੰਕਜ ਲੋਚਨ ਚਾਰੂ, ਉਸ ਸਮੇਂ ਜਿਨ੍ਹਾਂ ਸਤਿਗੁਰਾਂ ਦੇ ਨੇਤਰ ਕਵਲ ਦੇ ਪੱਤਰਿਆਂ ਵਰਗੇ ਹਨ ਸੁੰਦਰ, ਗਰ ਤੇ ਜਾਮਾ ਦੀਨ ਉਤਾਰੂ, ਸੱਚੇ ਪਾਤਸ਼ਾਹ ਜੀ ਵੀ ਉਸੇ ਵੇਲੇ ਆਪਣਾ ਜਿਹੜਾ ਗਲ ਵਿੱਚ ਪਾਇਆ ਹੋਇਆ ਨਾ ਚੋਗਾ ਚੋਲਾ, ਉਸ ਨੂੰ ਉਤਾਰ ਕੇ ਕੇਤਿਕ ਦਰਬ ਹੈ ਦੇਤ ਪੇ ਸੰਗਾ, ਚੋਲੇ ਦੇ ਨਾਲ ਚੋਲਾ ਆਪਣਾ ਗਲ 'ਚ ਪਾਇਆ ਹੀ ਸਤਿਗੁਰ ਜੀ ਨੇ ਲਾ ਦਿੱਤਾ ਹੈ। ਚੋਲੇ ਨੂੰ ਲਾ ਕੇ ਕੁਝ ਕੁ ਜਿਹੜੇ ਪੈਸੇ ਆ ਉਹ ਵੀ ਨਾਲ ਹੀ ਦੇ ਦਿੱਤੇ ਹਨ ਭਾਈ ਮਰਦਾਨਾ ਦੇ ਹੱਥ ਵਿੱਚ। ਲੀ ਮਰਦਾਨੇ ਸੰਗ ਮੰਗਾ, ਭਾਈ ਮਰਦਾਨਾ ਜੀ ਦੇ ਧੰਨ ਧੰਨ ਹੋ ਗਿਆ ਵੀ ਗੁਰੂ ਜੀ ਨੇ ਆਪਣਾ ਚੋਲਾ ਹੀ ਮੈਨੂੰ ਦੇ ਦਿੱਤਾ, ਇਹ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ। ਬਹੁਤ ਖੁਸ਼ੀ ਨਾਲ ਭਾਈ ਮਰਦਾਨਾ ਜੀ ਨੇ ਦੋਵੇਂ ਚੀਜ਼ਾਂ ਲੈ ਲਈਆਂ। ਪਹਿਰ ਅੰਗ ਹਿਰਦੇ ਸੁਖ ਪਾਈ, ਹਿਰਦੇ ਵਿੱਚ ਸੁਖ ਪਾ ਕੇ ਉਹ ਚੋਲਾ ਪਹਿਨ ਲਿਆ ਹੈ ਭਾਈ ਮਰਦਾਨਾ ਜੀ ਨੇ। ਕਹਿ ਬਹੁਰ ਮੁਝ ਦੇਹੁ ਰਜਾਈ, ਮੁੜ ਕੇ ਕਿਹਾ ਮਹਾਰਾਜ ਹੁਣ ਮੈਨੂੰ ਆਗਿਆ ਦਿਓ ਜੀ। ਜਾਮ ਸਦਨਾ ਨਗਰ ਤਲਵੰਡੀ, ਰਾਏ ਭੋਜ ਦੀ ਤਲਵੰਡੀ ਨਗਰ ਵਿੱਚ ਮਹਾਰਾਜ ਆਪਣੇ ਮੈਂ ਹੁਣ ਘਰ ਜਾਵਾਂ, ਐਸੀ ਆਗਿਆ ਮੈਨੂੰ ਦੇ ਦਿਓ। ਤਵ ਪਿਤ ਸੰਗ ਹੈ ਦੁਖ ਖੰਡੀ, ਤੁਹਾਡੇ ਪਿਤਾ ਜੀ ਵੀ ਚੱਲੇ ਆ, ਉਹਨਾਂ ਦੇ ਨਾਲ ਹੀ ਮੈਂ ਚਲਿਆ ਜਾਵਾਂਗਾ। ਰਾਏ ਭੋਜ ਦੀ ਤਲਵੰਡੀ ਨਗਰ, ਹੇ ਦੁੱਖਾਂ ਨੂੰ ਟੋਟੇ ਟੋਟੇ ਕਰਨ ਵਾਲੇ ਮਹਾਰਾਜ ਜੀ। ਬੋਲੇ ਸ਼੍ਰੀ ਨਾਨਕ ਸੁਖ ਰਾਸੀ, ਸਾਰੇ ਸੁੱਖਾਂ ਦੀ ਰਾਸੀ ਪੂੰਜੀ ਖਜ਼ਾਨੇ ਸਤਿਗੁਰੂ ਨਾਨਕ ਸਾਹਿਬ ਜੀ ਬੋਲੇ ਹਨ। ਤੂੰ ਹੈ ਬੇਦੀ ਬੰਸ ਮਿਰਾਸੀ, ਹੇ ਭਾਈ ਮਰਦਾਨਾ ਤੂੰ ਸਾਡੀ ਬੇਦੀਆਂ ਦੀ ਵੰਸ਼ ਦਾ ਮਿਰਾਸੀ ਡੂਮ ਹੈ। ਜਾਚਨ ਆਨ ਸਥਾਨ ਨਾ ਕੀਜੈ, ਤੁਸੀਂ ਸਾਡੀ ਬੇਦੀਆਂ ਦੇ ਵੰਸ਼ ਦੇ ਮਿਰਾਸੀ ਹੋ, ਸਾਡੇ ਘਰ ਵਿੱਚ ਰਹਿਣ ਵਾਲੇ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਹੋਰ ਸਥਾਨ ਦੇ ਕੇ ਹੋਰ ਕਿਸੇ ਦੇ ਵੱਲੋਂ ਤੁਸਾਂ ਨੇ ਬਿਲਕੁਲ ਨਹੀਂ ਕੋਈ ਮੰਗਣਾ ਹੈ। ਲੈ ਇਨ ਤੇ ਸੰਤੋਖ ਤਰੀਜੈ, ਹੋਰ ਸਥਾਨਾਂ ਹੋਰ ਘਰਾਂ ਤੋਂ ਨਹੀਂ ਮੰਗਣਾ ਕਰਨਾ ਹੈ।
ਇਹਨਾਂ ਬੇਦੀਆਂ ਦੇ ਕੋਲੋਂ ਹੀ ਲੈ ਕਰਕੇ ਤੇ ਸੰਤੋਖ ਰੱਖਣਾ ਹੈ। ਜੇ ਤੁਮ ਰਾਖੋਗੇ ਸੁਧ ਮੋਰੀ। ਭਾਈ ਮਰਦਾਨਾ ਜੀ ਸੁਣ ਕੇ ਕਹਿਣ ਲੱਗੇ, ਮਹਾਰਾਜ ਜੇ ਤੁਸੀਂ ਮੇਰੀ ਖਬਰ ਸਾਰ ਰੱਖੋਗੇ ਅਨਤ ਅਗਰ ਕਿਉਂ ਜਾਉ ਬਹੋਰੀ। ਫਿਰ ਮਹਾਰਾਜ ਮੈਂ ਕਿਸੇ ਹੋਰ ਅੱਗੇ ਕਿਉਂ ਜਾਵਾਂਗਾ ਜਦੋਂ ਤੁਹਾਡੇ ਵਰਗੇ ਸਖੀ ਦਾਤੇ ਮੇਰੀ ਖਬਰ ਸਾਰ ਰੱਖਣਗੇ। ਅਸਨ ਬਸਨ ਕੋ ਲੋਭ ਮੋਰਾ। ਬਾਕੀ ਸੱਚੇ ਪਾਤਸ਼ਾਹ ਜੀ ਜਿਹੜਾ ਭੋਜਨ ਦਾ ਤੇ ਕੱਪੜੇ ਦਾ ਜਿਹੜਾ ਲੋਭ ਹੈ ਨਾ, ਇਹ ਤੇ ਮੋੜ ਤੋਂ ਰਹਿਤੀ ਹੈ, ਤੇ ਮੰਗਣਾ ਹੀ ਪੈ ਜਾਂਦਾ ਹੈ। ਸੋ ਕਰਵਾਵਹਿ ਕਰ ਨਿਜ ਜੋਰਾ। ਮਹਾਰਾਜ ਇਹ ਕੱਪੜਾ ਤੇ ਜਿਹੜਾ ਭੋਜਨ ਹੈ ਇਹ ਬੜਾ ਮਹਾਰਾਜ ਨਿਰਦਈ ਹੈ। ਇਹ ਦੋਵੇਂ ਹੱਥ ਜੜਾਉਂਦਾ ਦੂਜਿਆਂ ਅੱਗੇ, ਜੇ ਭੁੱਖੇ ਹੋਈਏ ਤਾਂ ਵੀ ਹੱਥ ਜੜਵਾ ਦਿੰਦਾ ਹੈ ਵੀ ਕੁਝ ਖਾਣ ਨੂੰ ਦੇ ਦਿਓ, ਥੋੜ੍ਹਾ ਬਹੁਤਾ ਲੋਕਾਂ ਦੇ ਅਧੀਨ ਕਰਾ ਦਿੰਦਾ ਮੰਗਣਾ। ਜੇ ਕੱਪੜਾ ਨਾ ਹੋਵੇ ਨੰਗੇ ਹੋਈਏ ਤਾਂ ਵੀ ਮਹਾਰਾਜ ਹੱਥ ਜੜਵਾ ਦਿੰਦਾ ਵੀ ਮੈਂ ਸਰੀਰ ਕੱਜਣਾ ਭਾਈ, ਕੋਈ ਹੈ ਮਾੜੀ ਚੰਗੀ ਚਾਦਰ, ਵਿਚਾਰੇ ਕਈ ਕਹਿ ਰਹੇ ਹੁੰਦੇ ਹੈ। ਸੱਚਾ ਪਾਤਸ਼ਾਹ ਦੋਵੇਂ ਚੀਜ਼ਾਂ ਲੋਭ ਵਾਲੀਆਂ ਹੈ, ਮੋੜਨ ਤੋਂ ਰਹਿਤ ਇਹ ਤੇ ਹੱਥ ਜੜਵਾ ਹੀ ਦਿੰਦੀਆਂ ਹਨ। ਦੋਹਰਾ ਸੁਨ ਮਰਦਾਨੇ ਲੈ ਸਦਾ। ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਹੇ ਭਾਈ ਮਰਦਾਨਾ, ਸਤਿਗੁਰੂ ਜੀ ਕਹਿਣ ਲੱਗੇ ਵੀ ਸਦਾ ਹੀ ਜਿਹੜਾ ਪਰਮੇਸ਼ਰ ਹੈ ਸਭ ਕੀ ਸੁਧ ਕਰਤਾਰ। ਸੁਣ ਮਰਦਾਨੇ ਲੈ ਸਦਾ ਸਭ ਕੀ ਸੁਧ ਕਰਤਾਰ। ਜੋ ਕਰਤਾਰ ਹੈ ਨਾ, ਜਿਹਦੇ ਹੱਥ ਵਿੱਚ ਸਾਰਿਆਂ ਦੀ ਡੋਰ ਹੈ, ਉਹ ਪਰਮੇਸ਼ਰ ਤੇ ਸਾਰਿਆਂ ਦੀ ਖਬਰ ਸਾਰ ਲੈ ਰਿਹਾ ਹੈ। ਦੇਹ ਬਣੀ ਪਛਤਾਤ ਹੈ। ਭਾਈ ਮਰਦਾਨਾ ਤੂੰ ਫਿਕਰ ਨਾ ਕਰ, ਜਿਹੜਾ ਸਰੀਰ ਇਹ ਤੇ ਬਾਅਦ ਚ ਬਣਿਆ ਹੈ। ਪੂਰਬ ਬਣਾ ਆਹਾਰ। ਉਸ ਪਰਮੇਸ਼ਰ ਨੇ ਪਹਿਲਾਂ ਬੰਦੇ ਵਾਸਤੇ ਭੋਜਨ ਬਣਾਇਆ, ਦੇ ਬਾਅਦ ਵਿੱਚ ਬਣਾਈ ਹੈ। ਰਮਈਆ ਕੇ ਗੁਣ ਚੇਤ ਪਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਗ ਸੈਨ, ਮੁਖ ਪਿਆਓ ਬੈਠ ਕੋ ਦੈਨ। ਪੈਦਾ ਹੋਣ ਤੋਂ ਪਹਿਲਾਂ ਮਹਾਰਾਜ ਨੇ ਮਾਤਾ ਦੇ ਅਸਥਾਨਾਂ ਵਿੱਚ ਦੁੱਧ ਪੈਦਾ ਕਰ ਦਿੱਤਾ ਹੈ। ਪਤਾ ਹੈ ਹੁਣ ਇਹ ਵੱਡਾ ਹੋ ਰਿਹਾ ਤੇ ਮਹਾਰਾਜ ਨੇ ਦੰਦ ਦੇ ਦਿੱਤੇ ਹੈ। ਜਵਾਨ ਹੋ ਰਿਹਾ, ਭੋਜਨ ਬਖਸ਼ ਦਿੱਤਾ ਹੈ। ਪਤਾ ਹੁਣ ਇਹ ਬੁੱਢਾ ਹੋ ਰਿਹਾ ਤੇ ਸਾਗ ਸੰਬੰਧੀ ਦਿੱਤੇ ਵੀ ਦੀ ਖਬਰਸਾਰ ਲੈਣ। ਪਰ ਇਹ ਜੀਵ ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਮਨੁੱਖ ਤੇ ਐਡਾ ਮਾੜਾ ਹੈ, ਉਹ ਪਰਮੇਸ਼ਰ ਦਾ ਗੁਣ ਨਹੀਂ ਜਾਣਦਾ ਵੀ ਮੈਨੂੰ ਇੰਨਾ ਕੁਝ ਦਿੱਤਾ ਹੈ। ਲੋਕ ਕਈ ਗੱਲਾਂ ਕਰਦੇ ਸਾਧ ਸੰਗਤ ਜੀ, ਕਿਹਦਾ ਨਾਮ ਲਈਏ। ਗੁਰੂ ਘਰ ਦਾ ਹੀ ਖਾਣ ਵਾਲੇ ਗੁਰੂ ਘਰ ਦੀਆਂ ਗੱਲਾਂ ਕਰੀ ਜਾਂਦੇ ਹੈ, ਗੁਰੂ ਘਰ ਦੀਆਂ ਚੀਜ਼ਾਂ ਨੂੰ ਮਾੜਾ ਕਹੀ ਜਾਂਦੇ ਹੈ। ਭਲਾ ਪਤਾ ਨਹੀਂ ਕਿੱਥੇ ਹੋਣਾ ਹੈ। ਜਿਹੜੇ ਕੋਈ ਗੁਰੂ ਦੇ ਚੀਜ਼ਾਂ ਅਵਸਥਾ ਨੂੰ, ਗੁਰੂ ਘਰ ਦੀਆਂ ਮਰਿਆਦਾਵਾਂ ਨੂੰ ਬੋਲ ਕਬੋਲ ਬੋਲਦੇ, ਉਹਨਾਂ ਦਾ ਭਲਾ ਕੋਈ ਨਹੀਂ ਹੋਣਾ, ਕਿਉਂਕਿ ਹੈ ਨਿਰਗੁਣ। ਇੱਕ ਤੇ ਖਾਂਦੇ ਪੀਂਦੇ ਲੇੜਦੇ ਆ, ਵਸ ਰਹੇ ਆ, ਚੰਗਾ ਹੰਢਾ ਰਹੇ, ਤੇ ਉੱਤੋਂ ਗੁਰੂ ਨੂੰ ਗੱਲਾਂ ਕਰੀ ਜਾ ਰਹੇ ਆ। ਕਿੱਥੇ ਫਿਰ ਭਲਾ ਹੋਣਾ ਹੈ। ਮਾਰ ਤੇ ਵੱਜਣੀ ਹੈ, ਭਾਵੇਂ ਹਟ ਕੇ ਵੱਜੇ ਥੋੜ੍ਹੇ ਦਿਨਾਂ ਨੂੰ। ਇੱਧਰ ਮਹਾਰਾਜ ਜੀ ਕਹਿੰਦੇ ਆ, ਸਾਨੂੰ ਸਿੱਖਿਆ ਰੋਜ਼ ਹੀ ਦਿੰਦੇ ਰਹਿਰਾਸ ਸਾਹਿਬ ਵਿੱਚ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸੱਚੇ ਪਾਤਸ਼ਾਹ ਕਹਿੰਦੇ ਆ, ਹੇ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ, ਭਾਈ ਗੁਰਦਾਸ ਜੀ ਤੁਸੀਂ ਕੀ ਅੱਗੋਂ ਸੰਗਤ ਕੋਲ ਚੀਜ਼ਾਂ ਲੈ ਕੇ ਅੱਗੇ ਸਾਡੇ ਰੱਖ ਰਹੇ ਹੋ। ਉਹ ਪਰਮੇਸ਼ਰ ਨੇ ਜਨਨ ਪਿਤਾ ਲੋਕ ਸੁਤ ਬਨਤਾ, ਮਾਤਾ ਪਿਤਾ ਘਰ ਵਾਲੀ ਪੁੱਤਰਾਂ ਇਹਨਾਂ ਦੇ ਆਸਰੇ ਨਹੀਂ ਰੱਖਿਆ ਹੈ। ਉਹ ਤੇ ਸਿਰ ਰਿਜਕ ਸੰਭਾਹੇ, ਠਾਕਰ ਕਾਹੇ ਮਨ ਭਾਉ ਕਰਿਆ। ਉਹ ਤੇ ਸਿਰ ਤੇ ਉਸ ਪਰਮੇਸ਼ਰ ਨੇ ਰਿਜਕ ਰੱਖਿਆ ਹੈ। ਪਾਖਣ ਕੀਟ ਗੁਪਤ ਹੋਏ ਰਹਤਾ, ਤਾ ਚੋ ਮਾਰਗ ਨਾਹੀ। ਪੱਥਰ ਵਿੱਚ ਉਹ ਕੀੜਾ ਹੈ, ਚਾਰ ਸਫੇਰੇ ਪੱਥਰ ਕੱਜਿਆ ਪਿਆ, ਦੇ ਜਿੱਥੇ ਮਾਰਗ ਕੋਈ ਰਸਤਾ ਹੀ ਨਹੀਂ ਹੈ। ਮਹਾਰਾਜ ਉਹਨੂੰ ਰੱਖ ਰਿਹਾ ਹੈ। ਫਿਰ ਫਿਕਰ ਕਾਦੀ ਗੱਲ ਦੀ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਹੀ ਹੈ। ਇਹ ਭਾਈ ਚਿੰਤਾ ਮਤ ਕਰ, ਚਿੰਤਾ ਪਰਮੇਸ਼ਰ ਨੂੰ ਹੈਗੀ। ਤੂੰ ਬੰਦਗੀ ਤੇ ਕਰ, ਤੂੰ ਬੰਦਗੀ ਨਹੀਂ ਕਰਦਾ ਤਾਂ ਹੀ ਤੂੰ ਲੋਕਾਂ ਕੋਲ ਧੱਕੇ ਖਾਨਾ, ਲੋਕਾਂ ਕੋਲ ਗੱਲਾਂ ਕਰਵਾਉਣਾ ਹੈ। ਜੇ ਤੂੰ ਬੰਦਗੀ ਕਰੇ ਤੈਨੂੰ ਕੋਈ ਗੱਲ ਨਾ ਕਰੇ, ਜੇ ਤੂੰ ਬੰਦਗੀ ਕਰੇ ਤੈਨੂੰ ਪ੍ਰਸ਼ਾਦਾ ਆਪੇ ਪਰਮੇਸ਼ਰ ਦੇਵੇ। ਪਰ ਭਰੋਸੇ ਦੀ ਸਾਰੀ ਗੱਲ ਹੈ। ਭਰੋਸਾ ਸਾਡਾ ਲੋਕਾਂ ਦਾ ਵੱਜਦਾ ਕੋਈ ਨਹੀਂ ਹੈ। ਸਿਆਣਪ ਸਾਡੇ ਵਿੱਚ ਜ਼ਿਆਦਾ ਹੈ, ਜਿਹਦੇ ਕਰਕੇ ਫਿਰ ਆਪਣੀ ਸਿਆਣਪ ਕਰਕੇ ਹੀ ਮਾਰ ਹੈ।
ਇੱਥੇ ਕਹਿ ਰਹੇ ਹੈ ਭਾਈ ਮਰਦਾਨਾ ਜੀ ਨੂੰ ਗੁਰੂ ਮਹਾਰਾਜ, ਭਾਈ ਮਰਦਾਨਾ ਜੀ ਫਿਕਰ ਕਾਹਦੀ ਕਰਨੀ ਹੈ, ਦੇਹ ਬਾਅਦ 'ਚ ਬਣੀ ਹੈ, ਪਰਮੇਸ਼ਰ ਨੇ ਭੋਜਨ ਪਹਿਲਾਂ ਹੀ ਪੈਦਾ ਕੀਤਾ ਹੋਇਆ ਹੈ। ਚੌਪਈ ਮਿਲ ਕਾਲੂ ਤਨੀਆ ਜਾ ਮਾਤਾ। ਪਿਤਾ ਕਾਲੂ ਜੀ ਆਪਣੀ ਸਪੁੱਤਰੀ ਨਾਨਕੀ ਜੀ ਤੇ ਆਪਣੇ ਜਮਾਈ ਜੈ ਰਾਮ ਜੀ ਨੂੰ ਮਿਲ ਕੇ ਪੁਨ ਆਪਨ ਆਵਾ ਹਿਤ ਤਾਤਾ। ਫਿਰ ਆਪਣੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਵਾਸਤੇ ਹੱਟ ਵਿੱਚ ਵੀ ਆਏ ਹਨ। ਵੈਸੇ ਨਿਕਟ ਏਕ ਪਰਯੰਕਾ। ਇੱਕ ਜਿਹੜਾ ਪਲੰਘ ਹੈ ਸੁੰਦਰ, ਉਹਦੇ ਉੱਪਰ ਆ ਬੈਠੇ ਹਨ। ਦੇਖਹ ਸੁਤ ਕੋ ਬਦਨ ਮਯੰਕਾ। ਜੋ ਸਤਿਗੁਰ ਜੀ ਦਾ ਮੁਖ ਪੂਰਨਮਾਸ਼ੀ ਦੇ ਚੰਦਰਮਾ ਵਾਂਗ ਲਿਸ਼ਕਾਂ ਮਾਰਦਾ ਚਮਕਦਾ, ਉਹ ਆਪਣੇ ਪੁੱਤਰ ਦਾ ਸਰੂਪ ਹੀ ਪਿਤਾ ਜੀ ਦੇਖੀ ਜਾ ਰਹੇ ਹਨ। ਅਧਿਕ ਨੇਹ ਕਰ ਸਿਖਵਨ ਨੇ ਦੇਈ। ਬਹੁਤ ਪ੍ਰੇਮ ਕਰਕੇ ਸਿੱਖਿਆ ਦਿੱਤੀ ਹੈ। ਇਕਠੋ ਦਰਬ ਕਰਨ ਕੀ ਜੇਈ। ਉਹ ਸਿੱਖਿਆ ਕਿਹੜੀ ਦਿੱਤੀ ਹੈ ਵੀ ਪੈਸਾ ਕਿਵੇਂ ਇਕੱਠਾ ਕਰੀਦਾ ਹੈ, ਉਹ ਸਿੱਖਿਆ ਦਿੱਤੀ ਪਿਤਾ ਜੀ ਨੇ। ਖਰਚ ਵਿਆਹ ਕੋ ਕਰਹੁ ਤਿਆਰੀ। ਪੁੱਤਰ ਗੁਰੂ ਨਾਨਕ ਸਾਹਿਬ, ਤੁਹਾਡੇ ਹੁਣ ਵਿਆਹ ਛੇਤੀ ਆ ਜਾਣਾ ਹੈ, ਛੇਤੀ ਤੁਹਾਡਾ ਵਿਆਹ ਹੋਣਾ ਹੈ, ਉਹ ਖਰਚੇ ਦੀ ਜਿਹੜੀ ਤਿਆਰੀ ਕਰ ਲਓ। ਧਨ ਚਾਹੀਤ ਹੈ ਤਿਸ ਦਿਨ ਭਾਰੀ। ਜਿੱਦਣ ਪੁੱਤਰ ਜੀ ਤੁਹਾਡੀ ਸ਼ਾਦੀ ਹੈ ਉਸ ਦਿਨ ਪੈਸਾ ਬਹੁਤ ਚਾਹੀਦਾ, ਇਸ ਕਰਕੇ ਤਗੜਿਆਂ ਹੋ ਕੇ ਕਮਾਈ ਕਰਕੇ ਇਕੱਠਾ ਕਰ ਲਓ। ਅਸ ਪ੍ਰਕਾਰ ਕੀ ਕਹਿ ਬਿਦਨਾਨਾ। ਇਸ ਤਰ੍ਹਾਂ ਦੀ ਨਾਨਾ ਤਰ੍ਹਾਂ ਦੀ ਸਿੱਖਿਆ ਕਹਿ ਕਰਕੇ ਪਿਤਾ ਜੀ ਸੁਨ ਸ਼੍ਰੀ ਨਾਨਕ ਬਾਕ ਵਖਾਨਾ। ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਬਚਨ ਕਿਹਾ। ਪੁਰ ਪਤ ਰਾਏ ਬੁਲਾਰ ਉਦਾਰਾ। ਪਿਤਾ ਜੀ ਜੋ ਰਾਏ ਭੋਏ ਤਲਵੰਡੀ ਨਗਰੀ ਦੇ ਪਤੀ ਹੈ ਰਾਜਾ ਰਾਏ ਬੁਲਾਰ ਜੀ, ਜੋ ਬੜੇ ਸਖੀ ਦਾਤੇ ਹਨ, ਸ੍ਰੇਸ਼ਟ। ਤਿਨ ਸੋ ਪਨੀਏ ਅਨੰਦ ਹਮਾਰਾ। ਉਹਨਾਂ ਨੂੰ ਜਾ ਕੇ ਸਾਡਾ ਆਨੰਦ ਕੁਸ਼ਲ ਦਾ ਦੱਸਿਓ, ਸਾਡੇ ਵੱਲੋਂ ਆਨੰਦ ਕੁਸ਼ਲ ਕਹੀਏ ਸੁਖ ਸ਼ਾਂਤ। ਪ੍ਰਿਯ ਸੁਤ ਤੇ ਪ੍ਰਿਯ ਬਚ ਸੁਨ ਕਾਨਾ। ਪ੍ਰਿਯ ਸੁਤ, ਪਿਆਰੇ ਪੁੱਤਰ ਦੇ ਪਿਆਰੇ ਬਚਨ ਕੰਨਾਂ ਵਿੱਚ ਸੁਣ ਕੇ ਪਿਤਾ ਜੀ ਨੇ ਤਲਵੰਡੀ ਪੁਨ ਕੀਨ ਪਿਆਨਾ। ਰਾਏ ਭੋਜ ਦੀ ਤਲਵੰਡੀ ਨੂੰ ਚਾਲਾ ਮਾਰ ਦਿੱਤਾ ਹੈ, ਗੱਡੇ ਨੂੰ ਜੋ ਕੇ। ਤਜ ਕਰ ਕਰਮ ਕਰਮ ਸੋ ਮਗ ਸਗਰਾ। ਛੱਡ ਕਰਕੇ ਹੌਲੀ ਹੌਲੀ ਸਾਰਾ ਹੀ ਰਸਤਾ ਜਾਏ ਪਰਵੇਸ਼ੇ ਸੁਖ ਸੋ ਨਗਰਾ। ਬੜੇ ਸੁਖ ਨਾਲ ਹੀ ਰਾਏ ਭੋਜ ਦੀ ਤਲਵੰਡੀ ਨਗਰ ਵਿੱਚ ਜਾ ਪ੍ਰਵੇਸ਼ ਕੀਤਾ ਹੈ। ਕੁਸ਼ਲ ਸੰਦੇਸ਼ ਸੁਨੇ ਸਭ ਰਾਉ। ਰਾਏ ਬਲਾਰ ਨੂੰ ਜਾਂਦਿਆਂ ਮਿਲੇ ਹੈ ਪਿਤਾ ਕਲਿਆਣ ਚੰਦ ਜੀ। ਰਾਏ ਬਲਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਸੁਖ ਸ਼ਾਂਤ ਦੇ ਸਾਰੇ ਸੁਨੇਹੇ ਸੁਣੇ ਹੈ। ਫੁੱਲ ਕਾਵਲ ਭਾ ਮ੍ਰਿਦਲ ਸੁਭਾਉ। ਜਿਸ ਰਾਏ ਬਲਾਰ ਦਾ ਬੜਾ ਕੋਮਲ ਸੁਭਾਅ ਹੈ, ਉਹਦਾ ਤੇ ਰੋਮ ਰੋਮ ਖੜਾ ਹੋ ਗਿਆ, ਲੂਈ ਕੰਡੇ ਹੋ ਗਏ ਐ। ਧਰ ਕਰ ਉਰ ਮਹਿਮੂਰਤ ਧਿਆਨਾ। ਜਦੋਂ ਸੁਣਿਆ ਉਸੇ ਵੇਲੇ ਅੱਖਾਂ ਬੰਦ ਕਰ ਲੀਆਂ ਹੈ, ਸਤਿਗੁਰੂ ਨਾਨਕ ਸਾਹਿਬ ਜੀ ਦਾ ਹਿਰਦੇ ਵਿੱਚ ਧਿਆਨ ਧਰ ਲਿਆ ਹੈ। ਬੰਦਹ ਪਦ ਜਨ ਨਿਜ ਟਿਗ ਜਾਨਾ। ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮਾਨੋ ਕਿ ਜਿਵੇਂ ਕੋਲ ਹੀ ਜਾਣਿਆ ਹੈ। ਹਿਰਦੇ ਵਿੱਚ ਹੀ ਅੱਖਾਂ ਬੰਦ ਕਰਕੇ ਵੀ ਗੁਰੂ ਨਾਨਕ ਸਾਹਿਬ ਜੀ ਮੇਰੇ ਅੱਗੇ ਖੜੇ ਹਨ ਤੇ ਮੈਂ ਉਹਨਾਂ ਦੇ ਚਰਨਾਂ ਦੇ ਮੱਥਾ ਟੇਕ ਰਿਹਾ, ਐਵੇਂ ਮੱਥਾ ਟੇਕਿਆ ਕੋਲ ਸਮਝ ਕੇ। ਜਥਾ ਬਾਰਤਾ ਭਾਈ ਸਗਾਈ। ਭਾਈ ਬਾਲਾ ਜੀ ਤਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਵੀ ਜਿਸ ਤਰ੍ਹਾਂ ਮੰਗਣੀ ਦੀ, ਸਤਿਗੁਰ ਜੀ ਦੀ ਕੁੜਮਾਈ ਦੀ, ਸਗਾਈ ਦੀ ਆ ਗੱਲਬਾਤ ਕਥਾ ਵਾਰਤਾ ਹੋਈ ਹੈ, ਤਥਾ ਚੌਪਈ ਮਾਂਜ ਬਨਾਈ। ਜਿਸ ਤਰ੍ਹਾਂ ਉਹ ਗੱਲਬਾਤ ਮੰਗਣੀ ਦੀ ਹੋਈ ਉਸੇ ਤਰ੍ਹਾਂ ਹੀ ਮੈਂ ਚੌਪਈ ਛੰਦਾਂ ਦੇ ਵਿੱਚ ਇਹ ਸਾਰੇ ਪ੍ਰਸੰਗ ਨੂੰ ਬਣਾਇਆ, ਬਣਾ ਸਵਾਰ ਕੇ। ਕੀਓ ਧਿਆਏ ਪੂਰਨ ਸੁਖ ਮੂਰਾ। ਸੁੱਖਾਂ ਦਾ ਮੁੱਢ ਜੋ ਇਹ ਅਧਿਆਏ ਹੈ ਉਸ ਨੂੰ ਮੈਂ ਪੂਰਾ ਕੀਤਾ ਹੈ। ਭਜ ਸੰਤੋਖ ਸਿੰਘ ਗੁਰ ਪਗਰੂਰਾ। ਮੈਂ ਭਾਈ ਸੰਤੋਖ ਸਿੰਘ ਜੀ, ਸਤਿਗੁਰੂ ਜੀ ਦੇ ਜਿਹੜੇ ਚਰਨ ਕਮਲ ਬੜੇ ਸੁੰਦਰ ਹੈ, ਜਿਨ੍ਹਾਂ ਚਰਨਾਂ ਵਰਗਾ ਕੋਈ ਨਹੀਂ ਹੈ,
ਮੈਂ ਉਹਨਾਂ ਚਰਨਾਂ ਨੂੰ ਮੈਂ ਭਜਦਾ ਸਿਮਰਦਾ ਹਾਂ, ਜਿਨ੍ਹਾਂ ਚਰਨਾਂ ਨੂੰ ਸਿਮਰਿਆ ਸਹਾਰਾ ਮਿਲ ਜਾਂਦਾ ਹੈ। ਲੋਕ ਪਰਲੋਕ ਵਿੱਚ ਜੋ ਸਤਿਗੁਰ ਜੀ ਦੇ ਚਰਨ ਸਹਾਈ ਹੈ, ਉਹਨਾਂ ਚਰਨਾਂ ਨੂੰ ਮੈਂ ਸਿਮਰਦਾ ਹਾਂ, ਮੱਥਾ ਟੇਕਦਾ ਹਾਂ। ਭਾਈ ਸੰਤੋਖ ਸਿੰਘ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸਗਾਈ ਪ੍ਰਸੰਗ ਵਰਣਨ ਨਾਮ 19ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਪਹਿਲੇ ਭਾਗ ਦਾ ਪਹਿਲਾ ਅੱਧਾ ਹਿੱਸਾ, ਜਿਸ ਪ੍ਰਸੰਗ ਦੇ ਵਿੱਚ ਸਤਿਗੁਰੂ ਜੀ ਦੀ ਜਿਹੜੀ ਮੰਗਣੀ ਹੈ, ਸਗਾਈ ਦੀ ਪ੍ਰਸੰਗ ਸੀ, ਉਹ ਇੱਥੇ 19ਵਾਂ ਅਧਿਆਏ ਸਮਾਪਤ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਲੈਣਾ। ਮਹਾਰਾਜ ਜੀ ਦਾ ਇਤਿਹਾਸ ਰਲ ਮਿਲ ਕੇ ਆਪਾਂ ਸਰਵਣ ਕੀਤਾ ਹੈ। ਇਤਿਹਾਸ ਨੂੰ ਪੜ੍ਹਦਿਆਂ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਗੁਰੂ ਕੀ ਸੰਗਤ ਗੁਰੂ ਮਹਾਰਾਜ ਜੀ ਬਖਸ਼ ਲੈਣਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਥਾ ਬਾਰਤਾ ਭਈ ਸਗਾਈ, ਤਥਾ ਚੌਪਈ ਮਾਂਜ ਬਨਾਈ। ਕਿਉ ਧਿਆਏ ਪੂਰਨ ਸੁਖ ਮੋਰਾ, ਭਜ ਸੰਤੋਖ ਸਿੰਘ ਗੁਰ ਪਗਰੂਰਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸਗਾਈ ਪ੍ਰਸੰਗ ਵਰਣਨ ਨਾਮ 19ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।